ਹਲਕਾ ਸ਼੍ਰੀ ਫਤਿਹਗੜ੍ਹ ਸਾਹਿਬ ਦੇ ਵਿੱਚ ਇਸ ਵੇਲੇ ਦੀਪ ਸਿੱਧੂ ਵਿਸ਼ੇਸ਼ ਤੌਰ ਤੇ ਪਹੁੰਚੇ ਨੇ। ਸਰਦਾਰ ਇਮਾਨ ਸਿੰਘ ਮਾਨ ਦੇ ਹੱਕ ਦੇ ਵਿੱਚ ਪ੍ਰਚਾਰ ਕਰ ਰਹੇ ਨੇ, ਵੱਖ-ਵੱਖ ਪਿੰਡਾਂ ਜਾ ਰਹੇ ਨੇ। ਦੀਪ, ਸਭ ਤੋਂ ਪਹਿਲਾਂ ਫਤਿਹ ਦੀ ਸਾਂਝ। ਵਾਹਿਗੁਰੂ ਜੀ ਕਾ ਖਾਲਸਾ ਜੀ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਅਮਰਗੜ੍ਹ ਵੀ ਜਾ ਕੇ ਆਏ ਹੋ, ਅੱਜ ਫਤਿਹਗੜ੍ਹ ਸਾਹਿਬ ਆਏ ਹੋ। ਕੀ ਲੱਗ ਰਿਹਾ, ਰਾਜਨੀਤੀ ਬਦਲ ਰਹੀ ਆ ਪੰਜਾਬ ਦੀ? ਕੁਝ ਬਦਲਾਅ ਨਜ਼ਰ ਆ ਰਿਹਾ ਧਰਾਤਲ ਤੇ? ਦੇਖੋ, ਇਸ ਵਾਰ ਦੀਆਂ ਚੋਣਾਂ ਕਿਸਾਨੀ ਸੰਘਰਸ਼ ਦੇ ਵਿੱਚੋਂ ਲੰਘ ਕੇ ਆਈਆਂ, ਸੋ ਲੋਕਾਂ ਕੋਲ ਇੱਕ ਜਿਹੜਾ ਕੌਨਸ਼ੀਅਸ ਲੈਵਲ ਹੈ ਨਾ, ਕਲੈਕਟਿਵ ਕੌਨਸ਼ੀਅਸ ਲੈਵਲ, ਉਹ ਤਾਂ ਹੈਗਾ ਬਾਈ। ਲੋਕਾਂ ਨੂੰ ਪੰਜਾਬ ਦੀ ਰਾਜਨੀਤੀ ਦੀ ਸਮਝ ਹੈ, ਪਰ ਉਹਨੂੰ ਕੇਟਰ ਕਰਨ ਵਾਲਾ ਕੋਈ ਨੇਤਾ ਹੈ ਨਹੀਂ ਐਕਸੈਪਟ ਸਿਮਰਜੀਤ ਸਿੰਘ ਮਾਨ। ਬਾਕੀ ਸਾਰੇ ਉਹੀ ਜਿਹੜੀ ਪੰਜਾਬ ਦੀ ਐਕਚੁਅਲ ਰਾਜਨੀਤੀ ਨਹੀਂ ਆ, ਸੈਂਟਰ ਦੀ ਰਾਜਨੀਤੀ ਆ, ਉਹਨੂੰ ਹੀ ਪ੍ਰਮੋਟ ਕਰਨ 'ਚ ਲੱਗੇ ਹੋਏ ਆ। ਸੋ ਜੇ ਅਸੀਂ ਆਪਦੀ ਇੱਕ ਸਾਡੀ ਐਸਪੀਰੇਸ਼ਨ ਕੀ ਆ, ਆਪਦੀ ਐਸਪੀਰੇਸ਼ਨ ਦੀ ਜਾਂ ਪੰਜਾਬ ਦੀ ਧਰਤੀ ਦੀ ਵਿਸ਼ੇਸ਼ਤਾ ਦੀ ਸਮਝ ਨਹੀਂ ਆ, ਉਹ ਸਾਡੀ ਸਿਆਸਤ ਕਿਵੇਂ ਸਿਰਜਣਗੇ? ਸੋ ਇਸ ਲਈ ਤੁਸੀਂ ਇਹ ਕਹੋ ਵੀ ਸਾਨੂੰ ਇਸ ਚੋਣ 'ਚੋਂ ਕੋਈ ਸਟਰਕਚਰਲ ਚੇਂਜ ਮਿਲ ਜੂਗਾ ਜਾਂ ਬੜਾ ਪੰਜਾਬ ਨੂੰ ਕੁਛ ਨਵਾਂ ਸਿਰਜਿਆ ਜਾਊਗਾ, ਇੱਥੇ ਉਹ ਨਹੀਂ ਹੋਣਾ। ਇਹ ਤਾਂ ਝੂਠ ਆ। ਇਹ ਜ਼ਰੂਰ ਆ ਵੀ ਆਪਾਂ ਇੱਕ ਜਿਹੜਾ ਨੈਰੇਟਿਵ ਥਰੋ ਕਰ ਰਹੇ ਆ, ਉਹ ਨੈਰੇਟਿਵ, ਉਹ ਬਿਰਤਾਂਤ ਕਿਤੇ ਨਾ ਕਿਤੇ ਜਾ ਕੇ ਲੋਕਾਂ ਨੂੰ ਸੋਚ 'ਚ ਪਾਉਂਦਾ। ਉਸ ਸੋਚ ਦਾ ਪੈਦਾ ਹੋਣਾ, ਉਸ ਨੈਰੇਟਿਵ ਨੇ ਰਿਸੈਪਟਿਵ ਹੋਣਾ, ਲੋਕ ਰਿਸੀਵ ਕਰ ਰਹੇ ਆ, ਪਹਿਲਾ ਸਟੈਪ ਆ। ਇਹਦਾ ਮਤਲਬ ਤੁਹਾਡੀ ਪੋਲੀਟਿਕਸ ਇੱਥੇ ਰੈਲੇਵੈਂਟ ਹੋਊਗੀ, ਤੇ ਜਿਹੜੀ ਪੋਲੀਟਿਕਸ ਨੂੰ ਇਹਨਾਂ ਨੇ ਆਈਸੋਲੇਟ ਕੀਤਾ ਹੋਇਆ, ਉਹਨੂੰ ਆਈਸੋਲੇਸ਼ਨ 'ਚੋਂ ਕੱਢ ਕੇ ਆਪਾਂ ਮੇਨ ਸਟ੍ਰੀਮ 'ਚ ਲੈ ਕੇ ਆਵਾਂਗੇ। ਮੈਂ ਨਾ ਤੁਹਾਨੂੰ ਸੁਣ ਰਿਹਾ ਸੀਗਾ, ਪਿਛਲੇ ਪਿੰਡ 'ਚ ਵੀ ਤੁਸੀਂ ਗੱਲ ਕਰ ਰਹੇ ਸੀਗੇ ਕਿ ਲੋਕਾਂ ਨੂੰ ਦੂਜੀਆਂ ਪਾਰਟੀਆਂ ਵਾਅਦੇ ਕੀ ਦੇ ਰਹੀਆਂ ਨੇ, 1000 ਰੁਪਈਆ ਅਸੀਂ ਮਹੀਨੇ ਦਾ ਦੇਵਾਂਗੇ, ਅਸੀਂ ਤੁਹਾਨੂੰ ਰੁਜ਼ਗਾਰ ਦੇ ਸਾਧਨ ਪੈਦਾ ਕਰਕੇ ਦੇਵਾਂਗੇ। ਪਰ ਤੁਹਾਨੂੰ ਨਹੀਂ ਲੱਗਦਾ ਵੀ ਅਸਲ 'ਚ ਲੋਕਾਂ ਨੂੰ ਅੱਜ ਦੇ ਸਮੇਂ ਜਿਹੜੀ ਸਥਿਤੀ ਬਣ ਚੁੱਕੀ ਆ, ਅਗਲਾ ਇਹਨਾਂ ਤੱਕ ਸੀਮਤ ਹੋ ਗਿਆ। ਉਹ ਕਹਿੰਦਾ ਸਾਡੇ ਆਹ ਚੀਜ਼ਾਂ ਪੂਰੀਆਂ ਹੋ ਰਹੀਆਂ ਨੇ, ਮੈਨੂੰ ਮਹੀਨੇ ਦਾ ਬੇਰੁਜ਼ਗਾਰੀ ਭੱਤਾ ਵੱਧ ਮਿਲ ਜੂਗਾ, ਬੇਬੇ ਕਹਿੰਦੀ ਮੈਨੂੰ ਪੈਨਸ਼ਨ ਵੱਧ ਮਿਲ ਜੂਗੀ, ਸ਼ਗਨ ਸਕੀਮ ਸਾਨੂੰ ਵੱਧ ਮਿਲ ਜੂਗੀ। ਉਹ ਜਿਹੜੀਆਂ ਗੱਲਾਂ ਤੁਸੀਂ ਕਰ ਰਹੇ ਹੋ, ਉਹ ਮਤਲਬ ਉਹ ਗੱਲਾਂ ਤੱਕ ਤਾਂ ਸ਼ਾਇਦ ਆਮ ਲੋਕ ਹਾਲੇ ਤੱਕ ਵੀ ਨਹੀਂ ਪਹੁੰਚ ਕਰਦਾ ਹੈਗਾ। ਉਹ ਸੋਚਦਾ ਹੀ ਨਹੀਂ ਹੈਗਾ ਕਿ ਯਾਰ ਐਡੇ ਵੱਡੇ ਬਦਲਾਅ ਦੀ ਗੱਲ ਕਿੱਥੋਂ ਕਰ ਲਾਂਗੇ। ਨਹੀਂ, ਦੇਖੋ ਗੱਲ ਪਤਾ ਕੀ ਹੈ ਜੀ, ਜਦੋਂ ਇਹ ਪਾਰਟੀਆਂ ਜਾ ਕੇ ਹੈਂਡ ਆਊਟਸ ਦੀ ਗੱਲ ਕਰਦੀਆਂ, ਉਸ ਵੇਲੇ ਲੋਕਾਂ ਨੂੰ ਇਹ ਸਮਝ ਹੁੰਦੀ ਆ ਵੀ ਇਹਨਾਂ ਨੇ ਸਾਨੂੰ ਕੋਈ ਸਟਰਕਚਰਲ ਚੇਂਜ ਤਾਂ ਦੇਣੀ ਨਹੀਂ, ਇਹ ਸਾਨੂੰ ਹੈਂਡ ਆਊਟਸ ਦੇ ਰਹੇ ਆ। ਆਹੀ ਜੇ ਵੀ 1000 ਰੁਪਈਆ, ਕੋਈ ਪੈਨਸ਼ਨ ਭੱਤਾ, ਕੋਈ ਗੈਸ ਸਿਲੰਡਰ, ਤੇ ਇਹ ਇਹਨਾਂ ਦੇ ਪਰਸਨਲ ਇੰਟਰਸਟ ਦੇ ਖਾਤਰ ਚੋਣਾਂ ਲੜ ਰਹੇ ਆ। ਇਹਨਾਂ ਦੇ ਕੋਈ ਕੌਮੀ ਇੰਟਰਸਟ ਨਹੀਂ ਆ ਜਾਂ ਪੰਜਾਬ ਕੇਂਦਰਿਤ ਇੰਟਰਸਟ ਨਹੀਂ ਆ। ਫਿਰ ਲੋਕ ਆਪਦੇ ਇੰਟਰਸਟ ਦੇਖਦੇ ਆ, ਉਹ ਕਹਿੰਦੇ ਇਹ ਵੀ ਆਪਦੇ ਇੰਟਰਸਟ ਦੀ ਖਾਤਰ ਲੜ ਰਹੇ ਆ, ਅਸੀਂ ਵੀ ਆਪਦੇ ਇੰਟਰਸਟ ਦੇਖੀਏ। ਗਿਵ ਐਂਡ ਟੇਕ ਆ। ਹੁਣ ਇੱਥੇ ਜਦੋਂ ਇਵੋਲਵ ਹੋਣੀ ਆ ਕੋਈ ਸਮਝ, ਉਹ ਦੋਨਾਂ ਪਾਸਿਓਂ ਹੋਣੀ ਆ। ਇੱਕ ਨਵੀਂ ਲੀਡਰਸ਼ਿਪ ਨੇ ਇਵੋਲਵ ਹੋਣਾ, ਨਵੀਂ ਪੋਲੀਟਿਕਸ ਨੇ ਇਵੋਲਵ ਹੋਣਾ, ਤੇ ਲੋਕਾਂ ਦੀ ਸਮਝ ਨੇ ਵੀ ਇਵੋਲਵ ਹੋਣਾ। ਇਹ ਦੋਨੇ ਪਾਸੇ ਹੈਂਡ ਇਨ ਹੈਂਡ ਚੱਲੂਗਾ ਕੰਮ। ਜੇ ਅੱਜ ਕਹੀਏ ਤਾਂ ਅੱਜ ਤੁਸੀਂ ਬਿਲਕੁਲ ਸਹੀ ਹੋ ਵੀ ਅੱਜ ਹੋ ਸਕਦਾ ਲੋਕ ਸਿਰਫ ਉਹੀ ਦੇਖ ਰਹੇ ਹੁਣ ਜੋ ਰਵਾਇਤੀ ਪੋਲੀਟੀਕਲ ਪਾਰਟੀਆਂ ਲੋਕਾਂ ਨੂੰ ਦਿਖਾ ਰਹੀਆਂ, ਪਰ ਲੋਕਾਂ ਕੋਲੇ ਹੁਣ ਸੂਖਮ ਦ੍ਰਿਸ਼ਟੀ ਇੱਕ ਹੈਗੀ ਆ, ਉਹ ਤੋਂ ਪਰਾਂ ਵੀ ਦੇਖ ਸਕਦੇ ਆ। ਪਰ ਕੋਈ ਦਿਖਾਉਣ ਵਾਲਾ ਵੀ ਤਾਂ ਹੋਵੇ ਨਾ, ਕੋਈ ਉੱਥੇ ਲਿਜਾਣ ਵਾਲਾ ਵੀ ਤਾਂ ਹੋਵੇ। ਇਸੇ ਲਈ ਜਦੋਂ ਤੁਸੀਂ ਦੇਖੋ ਅਮਰਗੜ੍ਹ ਗਏ, ਅਮਰਗੜ੍ਹ ਸਾਰੀ ਕੌਂਸਟੀਟੂਐਂਸੀ 'ਚ ਘੁੰਮੇ, ਲੋਕ ਵੱਡੀ ਗਿਣਤੀ 'ਚ ਆ ਗਏ। ਲੋਕਾਂ ਨੇ ਸਪੋਰਟ ਹੀ ਨਹੀਂ ਕੀਤੀ, ਹੌਸਲਾ ਅਫਜ਼ਾਈ ਦਿੱਤੀ, ਔਰ ਇੱਥੋਂ ਤੱਕ ਕਿ ਭਰੋਸਾ ਦਿੱਤਾ ਵੀ ਅਸੀਂ ਲੜਾਂਗੇ ਚੋਣਾਂ। ਮਾਨ ਸਾਹਿਬ ਹੁਣ ਜੇ ਕਿਤੇ ਚੋਣਾਂ 'ਚ ਬਾਹਲੀ ਉੱਤੇ ਥੱਲੇ ਉਲਟ ਫੇਰ ਨਾ ਹੋਵੇ ਕਿਸੇ ਗੈਰ ਕਾਨੂੰਨੀ ਢੰਗ ਨਾਲ, ਤਾਂ ਮਾਨ ਸਾਹਿਬ ਦਾ ਜਿੱਤਣਾ ਯਕੀਨੀ ਆ ਉੱਥੋਂ। ਇਸ ਲਈ ਅੱਜ ਜਦੋਂ ਪੰਜਾਬ ਆਪਦੇ ਮੁੱਦਿਆਂ ਦੀ ਗੱਲ ਕਰਦਾ, ਜਿਹੜੇ ਐਕਚੁਅਲ ਸਾਡੇ ਮੁੱਦੇ ਆ, ਅਸੀਂ ਆਪਦੀ ਪਛਾਣ ਦੇ ਮੁੱਦਿਆਂ ਨੂੰ ਲੈ ਕੇ, ਆਪਦੀ ਮਾਂ ਬੋਲੀ ਦੇ ਮੁੱਦਿਆਂ ਨੂੰ ਲੈ ਕੇ, ਆਪਦੇ ਰਿਸੋਰਸਿਸ ਦੇ ਜਿਹੜੇ ਸਾਡੇ ਸੋਮੇ ਆ ਉਹਨਾਂ ਦੀ ਲੁੱਟ ਨੂੰ ਦੇ ਮੁੱਦਿਆਂ ਨੂੰ ਲੈ ਕੇ, ਫਿਰ ਰੁਜ਼ਗਾਰ ਦੇ ਮੁੱਦਿਆਂ ਨੂੰ ਲੈ ਕੇ, ਜਾਂ ਇੱਥੇ ਜਿਸ ਤਰ੍ਹਾਂ ਦੀ ਸਾਡੇ ਹੈਲਥ ਸਾਰਾ ਸਰਵਿਸਿਜ਼ ਹੋਣੀਆਂ ਚਾਹੀਦੀਆਂ, ਐਜੂਕੇਸ਼ਨ ਹੋਣੀ ਚਾਹੀਦੀ ਆ, ਸਾਡੀ ਐਜੂਕੇਸ਼ਨ ਦਾ ਕੰਟੈਂਟ ਕੀ ਹੋਣਾ ਚਾਹੀਦਾ, ਉਦੋਂ ਬਾਅਦ ਸਾਡੇ ਅਰਬਨ ਪਲੈਨਿੰਗ ਕੀ ਹੋਣੀ ਚਾਹੀਦੀ ਆ, ਇਨਫਰਾਸਟ੍ਰਕਚਰ ਕਿਵੇਂ ਡਿਵੈਲਪ ਹੋਣਾ ਚਾਹੀਦਾ, ਇਹਦੀ ਸਿਸਟਮੈਟਿਕ ਗੱਲ ਹੋਣੀ ਚਾਹੀਦੀ ਆ। ਤੁਹਾਡੀ ਇੱਕ ਵੀਡੀਓ ਕਾਫੀ ਚੱਲ ਰਹੀ ਆ 2 ਦਿਨਾਂ ਦੀ, ਤੁਸੀਂ ਇੱਕ ਹੱਥ ਦੇ ਵਿੱਚ ਕਿਰਪਾਨ ਫੜੀ ਆ, ਇੱਕ ਦੇ ਵਿੱਚ ਝਾੜੂ ਫੜਿਆ। ਉਹ ਕਹਿੰਦੇ ਕਿ ਦੀਪ ਸਿੱਧੂ ਆਮ ਆਦਮੀ ਪਾਰਟੀ ਦਾ ਵਿਰੋਧੀ ਨਜ਼ਰ ਆਉਂਦਾ ਇਕੱਲਾ, ਵੀ ਬਾਕੀਆਂ ਦੇ ਵਿਰੋਧ ਦੀ ਗੱਲ ਕਿਉਂ ਨਹੀਂ ਕਰਦਾ। ਕਹਿੰਦੇ ਦੇਖ ਲਓ ਬਦਲਾਅ ਦੀ ਗੱਲ ਹੋ ਰਹੀ ਹੈ, ਕਹਿੰਦੇ ਸ਼ਾਇਦ ਆਮ
ਆਦਮੀ ਪਾਰਟੀ ਵਾਲੇ ਕਹਿੰਦੇ ਸਾਡੀ ਹਵਾ ਬਣ ਰਹੀ ਆ, ਇਹ ਸਾਡੇ ਖਿਲਾਫ ਇਕੱਲੇ ਭੁਗਤ ਰਹੇ। ਮੈਂ ਤੁਹਾਡਾ ਚਾਹੁੰਦਾ ਕਲੈਰੀਫਿਕੇਸ਼ਨ। ਨਹੀਂ ਦੇਖੋ, ਕਲੈਰੀਫਿਕੇਸ਼ਨ ਦੀ ਨਹੀਂ, ਮੈਂ ਆਮ ਆਦਮੀ ਪਾਰਟੀ ਦੇ ਵੀ ਉਲਟਾਂ, ਕਾਂਗਰਸ ਦੇ ਵੀ ਉਲਟਾਂ, ਬੀਜੇਪੀ ਦੀ ਵੀ ਉਲਟਾਂ, ਕਿਉਂਕਿ ਇਹ ਸਾਡੀਆਂ ਪਾਰਟੀਆਂ ਤਾਂ ਹੈ ਹੀ ਨਹੀਂ ਨਾ। ਇਹਨਾਂ ਦੇ ਇੰਟਰਸਟ ਵੀ ਸੈਂਟਰਲ ਆ, ਇਹਨਾਂ ਦੇ ਜਿਹੜੇ ਸਾਰੀ ਪੋਲਿਟਿਕਸ ਕੇਂਦਰਤ ਉਹ ਵੀ ਸੈਂਟਰਲ ਪੋਲਿਟਿਕਸ ਆ, ਉਹ ਰੀਜਨਲ ਜਾਂ ਪੰਜਾਬ ਪੱਖੀ ਪੋਲਿਟਿਕਸ ਨਹੀਂ ਆ। ਪੰਜਾਬ ਕੇਂਦਰਤ ਇਹਨਾਂ ਕੋਲੇ ਕੋਈ ਵੀ ਮਾਡਲ ਨਹੀਂ ਆ, ਪੰਜਾਬ ਸੈਂਟਰਿਕ ਮਾਡਲ ਨਹੀਂ ਆ। ਹੁਣ ਜਿਹੜੀ ਗੱਲ ਆਪਾਂ ਇੱਥੇ ਕਰ ਰਹੇ ਹਾਂ ਵੀ ਸਾਨੂੰ ਜਿਹੜਾ ਕੋਈ ਪੰਜਾਬ ਦਾ ਲੀਡਰ ਜਾਂ ਜਿਹੜਾ ਕੋਈ ਪੋਲੀਟੀਕਲ ਪਾਰਟੀ ਸੈਂਟਰ ਦੇ ਨਾਲ ਮਿਲ ਕੇ ਚੱਲਦੀ ਆ, ਅਸੀਂ ਉਹਦੇ ਵੀ ਉਲਟਾ। ਸਾਨੂੰ ਆਪਦੀ ਪੰਜਾਬ ਕੇਂਦਰਤ ਇੱਕ ਸਿਆਸਤ ਰਚਣੀ ਪੈਣੀ ਆ, ਆਪਦੇ ਇੱਥੋਂ ਆਗੂ ਜਾਂ ਇੱਕ ਪੋਲੀਟੀਕਲ ਜਿਹੜੀ ਲੀਡਰਸ਼ਿਪ ਉਹ ਕੱਢਣੀ ਪੈਣੀ ਆ। ਉਹਦੇ ਲਈ ਡੈਫੀਨੇਟਲੀ ਇੱਕ ਪ੍ਰੋਸੈਸ ਆ, ਇਹ ਆਈ ਤਾਂ ਨਹੀਂ ਰਾਤੋਂ ਰਾਤ ਤਾਂ ਨਹੀਂ ਬਣ ਜਾਣੀ। ਸਾਨੂੰ ਇਸ ਲਈ ਮੈਂ ਤੁਹਾਨੂੰ ਕਿਹਾ ਆਈਸੋਲੇਸ਼ਨ ਚੋਂ ਬਾਹਰ ਆਉਣਾ ਪਊਗਾ। ਹੁਣ ਰਹੀ ਗੱਲ ਆਮ ਆਦਮੀ ਪਾਰਟੀ ਦੀ, ਦੇ ਆਰ ਜਸਟ ਲਾਈਕ ਓਲਡ ਵਾਈਨ ਇਨ ਅ ਨਿਊ ਬੋਟਲ। ਇਹਦੇ ਉੱਤੇ ਉਹ ਕੁਛ ਵੀ ਨਹੀਂ ਆ। ਜਦੋਂ ਉਹਨਾਂ ਦੇ ਇੰਟਰਸਟ, ਤੁਸੀਂ ਇਹ ਦੇਖੋ ਕੇਜਰੀਵਾਲ ਸਾਹਿਬ ਦੇ ਇੰਟਰਸਟ ਪੰਜਾਬ ਆ ਕੇ ਕੁਛ ਹੋਰ ਹੁੰਦੇ ਆ, ਦਿੱਲੀ ਜਾ ਕੇ ਉਹ ਬਦਲ ਜਾਂਦੇ ਆ, ਔਰ ਦਿੱਲੀ ਹੀ ਉਹਨਾਂ ਦੀ ਐਗਜ਼ਿਸਟੈਂਸ ਆ। ਹੁਣ ਪੰਜਾਬ 'ਚ ਤਾਂ ਚੋਣਾਂ ਲੜ ਰਹੇ ਆ, ਉਹ ਯੂਪੀ 'ਚ ਕਦੇ ਜਾ ਕੇ ਚੋਣਾਂ ਨਹੀਂ ਲੜਨਗੇ। ਯੂਪੀ 'ਚ ਵੀ ਤਾਂ ਲੜ ਸਕਦੇ ਆ ਨਾ, ਦਿੱਲੀ 'ਚ ਸਰਕਾਰ ਬਣਾਈ ਬੈਠੇ ਆ, ਦਿੱਲੀ ਤੋਂ ਯੂਪੀ ਦੂਰ ਤਾਂ ਨਹੀਂ ਆ, ਪਰ ਪੰਜਾਬ ਵਾਲੇ ਪਾਸੇ ਪਹਿਲਾਂ ਆ ਜਾਂਦੇ ਆ। ਠੀਕ ਆ, ਪੰਜਾਬ ਨੇ ਉਹਨਾਂ ਨੂੰ ਕਿਸੇ ਵੇਲੇ 4 MP ਜਿਤਾ ਕੇ ਭੇਜੇ ਸੀ, ਪਰ ਉਹਨਾਂ ਨੇ ਵੀ ਸੈਂਟਰਲ ਪੋਲਿਟਿਕਸ ਨੂੰ ਹੀ ਐਡਰੈਸ ਤੇ ਕੇਟਰ ਕੀਤਾ। ਉਹਨਾਂ ਨੇ ਕਦੇ ਵੀ ਪੰਜਾਬ ਸੈਂਟਰਿਕ ਪੋਲਿਟਿਕਸ ਨਹੀਂ ਕੀਤੀ। ਸੋ ਇਸ ਲਈ ਅੱਜ ਜੇ ਆਮ ਆਦਮੀ ਪਾਰਟੀ ਨੂੰ ਸਿਰਫ ਇਸ ਕਰਕੇ ਮੌਕਾ ਦਿੱਤਾ ਜਾ ਰਿਹਾ ਵੀ ਇੱਕ ਮੌਕਾ ਇਹਨਾਂ ਨੂੰ ਵੀ ਦੇ ਕੇ ਦੇਖ ਲਓ, ਉਹ ਕੋਈ ਬਹੁਤ ਸੁਹਿਰਦ ਗੱਲ ਨਹੀਂ ਹੋਈ। ਇਹ ਕੋਈ ਜੂਆ ਨਹੀਂ ਖੇਡਿਆ ਜਾ ਰਿਹਾ, ਇੱਥੇ ਗੰਭੀਰ ਗੱਲ ਹੋ ਰਹੀ ਆ। ਪੰਜਾਬ ਦੇ ਪੋਲੀਟੀਕਲ ਫਿਊਚਰ ਦੀ ਗੱਲ ਹੋ ਰਹੀ ਆ, ਪੰਜਾਬ ਦੇ ਸੋਸ਼ਲ ਸਟਰਕਚਰ ਦੀ ਗੱਲ ਹੋ ਰਹੀ ਆ, ਸਿਵਲ ਸਟਰਕਚਰ ਦੀ ਗੱਲ ਹੋ ਰਹੀ ਆ, ਤੇ ਆਈ ਕਿਸੇ ਨੂੰ ਮੌਕਾ ਦੇ ਦਈਏ। ਉਹਨਾਂ ਕੋਲੇ ਕੋਈ ਬਲੂ ਪ੍ਰਿੰਟ ਹੈ? ਉਹ ਸਿਰਫ ਵਾਅਦੇ ਕਰ ਰਹੇ ਆ, ਹੈਂਡ ਆਊਟਸ ਦੇ ਰਹੇ ਆ। ਕੋਈ ਬਲੂ ਪ੍ਰਿੰਟ ਹੈ ਵੀ ਪੰਜਾਬ ਨੂੰ ਪੰਜਾਬ ਸੈਂਟਰਿਕ ਅਸੀਂ ਪੋਲਿਟਿਕਸ ਦੇਵਾਂਗੇ? ਜੇ ਦੇ ਸਕਦੇ ਆ ਤਾਂ ਆਪਾਂ ਉਹਨਾਂ ਦੇ ਨਾਲ ਤੁਰ ਪਾਂਗੇ, ਪਰ ਉਹ ਨਹੀਂ ਦੇ ਸਕਦੇ। ਉਹਨਾਂ ਦੇ ਇੰਟਰਸਟ ਸੈਂਟਰਲ ਆ। ਤੁਹਾਡੇ ਹਿਸਾਬ ਨਾਲ ਫਿਰ ਲੋਕਾਂ ਕੋਲੇ ਆਪਸ਼ਨ ਕੀ ਆ? ਤੁਸੀਂ ਕਹਿ ਰਹੇ ਹੋ ਅਮਰਗੜ੍ਹ ਤੋਂ ਮਾਨ ਸਾਹਿਬ ਦੀ ਜਿੱਤ ਯਕੀਨੀ ਆ, ਇੱਥੋਂ ਇਮਾਨ ਸਿੰਘ ਮਾਨ ਮਜ਼ਬੂਤ ਦਾਅਵੇਦਾਰ ਨੇ, ਪਰ ਬਾਕੀ ਪੰਜਾਬ ਦੇ ਵਿੱਚ ਨਾ ਸੀਟਾਂ ਬਹੁਤ ਨੇ। ਬੇਸ਼ੱਕ ਅੰਮ੍ਰਿਤਸਰ ਜਿਹੜਾ ਅਕਾਲੀ ਦਲ ਆ ਉਹ ਸਾਰੇ ਪਾਸੇ ਲੜ ਰਿਹਾ, ਪਰ ਫਿਰ ਵੀ ਅੱਜ ਦੇਖਿਆ ਤਾਂ ਇਹ ਜਾ ਰਿਹਾ ਨਾ ਕਿ ਮੁੱਖ ਫਾਈਟ ਜਿਹੜੀ ਆ ਉਹ 3 ਪਾਰਟੀਆਂ ਦੇ ਵਿੱਚ, ਅਕਾਲੀ ਦਲ, ਕਾਂਗਰਸ ਤੇ ਆਮ ਆਦਮੀ ਪਾਰਟੀ। ਫਿਰ ਵੱਧ ਸੀਟਾਂ ਤਾਂ ਇਹਨਾਂ ਦੇ ਵਿੱਚੋਂ ਕਿਸੇ ਨੇ ਲਿਜਾਣੀਆਂ। ਨਹੀਂ ਦੇਖੋ, ਗੱਲ ਇਹ ਆ ਨਾ, ਅੱਜ ਦੀ ਡੇਟ 'ਚ ਲੋਕਾਂ ਦਾ ਇਹ ਵੀ ਹੁੰਦਾ ਵੀ ਸਰਕਾਰ ਤਾਂ ਬਣਨੀ ਨਹੀਂ ਤੁਹਾਡੀ ਜੇ ਅਸੀਂ ਜ਼ੋਰ ਲਾ ਰਹੇ ਹਾਂ, ਜਾਂ ਤੁਹਾਡੀਆਂ ਸੀਟਾਂ ਘੱਟ ਆਉਣਗੀਆਂ। ਚਾਹੇ ਸਾਡੀਆਂ ਸੀਟਾਂ ਘੱਟ ਆਉਣ, ਪਰ ਸਾਡੀ ਰਿਪਰੈਜ਼ੈਂਟੇਸ਼ਨ ਕੋਈ ਅਸੈਂਬਲੀ 'ਚ ਜਾ ਕੇ ਕਰੇ ਤਾਂ ਸਹੀ, ਸਾਡੀ ਆਵਾਜ਼ ਤਾਂ ਗੂੰਜੇ ਅਸੈਂਬਲੀ 'ਚ। ਅਗਲੀ ਵਾਰ ਨੂੰ ਅਸੀਂ ਕਿਲਾ ਵੀ ਫਤਿਹ ਕਰ ਲਾਂਗੇ। ਐਕਤੀ ਜਿੰਨੇ ਵੀ ਅਸੀਂ ਆਪਦੇ ਬੰਦੇ ਪਹੁੰਚਾ ਸਕੀਏ ਉਨੇ ਤਾਂ ਪਹੁੰਚਾਈਏ। ਜਿਹੜੀ ਪੰਜਾਬ ਦੀ ਪੰਜਾਬੀ ਸਾਡੀ ਇੱਥੇ ਭਾਈਚਾਰੇ ਦੀ, ਜਿਹਦੇ 'ਚ ਹਿੰਦੂ ਵੀ ਆਉਂਦਾ, ਜਿਹਦੇ 'ਚ ਮੁਸਲਮਾਨ ਵੀ ਆਉਂਦਾ, ਈਸਾਈ ਵੀ ਆਉਂਦਾ, ਸਿੱਖ ਵੀ ਆਉਂਦਾ, ਹੋਰ ਸਾਰੇ ਜਿਹੜੇ ਘੱਟ ਗਿਣਤੀ ਲੋਕ ਆਉਂਦੇ ਆ, ਉਹਦੀ ਆਵਾਜ਼ ਤਾਂ ਕੋਈ ਬੁਲੰਦ ਕਰੇ। ਸਾਡੀ ਕੌਮੀਅਤ ਦੀ ਆਵਾਜ਼ ਤਾਂ ਕੋਈ ਬੁਲੰਦ ਕਰੇ। ਜਿਹੜੀ ਦੀਪ ਸਿੱਧੂ ਕਿਉਂ ਨਹੀਂ ਚੋਣ ਲੜ ਰਿਹਾ? ਦੀਪ ਸਿੱਧੂ ਜੇ ਜਾਊਗਾ ਕੱਲ੍ਹ ਨੂੰ ਵਿਧਾਨ ਸਭਾ ਦੇ ਵਿੱਚ, ਚੰਗੇ ਤਰੀਕੇ ਨਾਲ ਤੁਸੀਂ ਉੱਥੇ ਗੱਲ ਕਰ ਸਕਦੇ ਹੋ। ਨਹੀਂ ਦੇਖੋ, ਗੱਲ ਤੁਹਾਡੀ ਠੀਕ ਆ। ਇਹ ਹਰ ਬੰਦਾ ਚੋਣਾਂ 'ਚ ਆ ਜੇ ਜਾਂ ਹਰ ਬੰਦਾ ਇਸ ਮੇਨ ਸਟ੍ਰੀਮ ਪੋਲਿਟਿਕਸ ਦਾ ਹਿੱਸਾ ਬਣ ਜੇ, ਜ਼ਰੂਰੀ ਨਹੀਂ ਹੁੰਦਾ। ਚੋਣ ਲੜਨ ਤੋਂ ਮਨਾਹੀ ਨਹੀਂ ਆ, ਪਰ ਜਦੋਂ ਪੰਜਾਬ ਸੈਂਟਰਿਕ ਕੋਈ ਅਸੀਂ ਆਪਦੀ ਇੱਕ ਪੋਲਿਟਿਕਸ ਸਿਰਜ ਲਈ, ਉਦੋਂ ਅਸੀਂ ਸੈਂਟਰਲ ਜਿਹੜੀ ਆਪਣੀ ਲੋਕ ਸਭਾ ਦੀ ਚੋਣ ਹੁੰਦੀ ਆ ਉਧਰ ਨੂੰ ਤੁਰਨਾ ਕਿ ਅਸੀਂ ਵਿਧਾਨ ਸਭਾ ਵਾਲੇ ਪਾਸੇ ਤੁਰਨਾ, ਤੇ ਅਸੀਂ ਸਿਵਲ ਸਟਰਕਚਰ 'ਚ ਕਿਵੇਂ ਰਹਿਣਾ, ਸੋਸ਼ਲੀ ਸਾਡਾ ਕੀ ਇੰਪੈਕਟ ਹੋਣਾ ਚਾਹੀਦਾ, ਸਾਡੇ ਕੋਲੇ ਸਾਡੀ ਐਗਰੀਕਲਚਰਲ ਪੋਲਿਸੀਜ਼ ਕੀ ਹੋਣੀਆਂ ਚਾਹੀਦੀਆਂ, ਐਜੂਕੇਸ਼ਨ ਪੋਲਿਸੀਜ਼ ਕੀ ਹੋਣੀਆਂ ਚਾਹੀਦੀਆਂ, ਇਹ ਸਾਰੇ ਓਵਰਆਲ ਚੀਜ਼ ਤੇ ਕੰਮ ਕੀਤਾ ਜਾਊਗਾ। ਉਦੋਂ ਹੋ ਸਕਦਾ ਚੋਣ ਲੜੀਏ ਜਾਂ ਸੋਸ਼ਲ ਜਾਂ ਸਿਵਲ ਸਟਰਕਚਰ 'ਚ ਰਹਿ ਕੇ ਨੁਮਾਇੰਦਗੀ ਕਰੀਏ, ਪਰ ਪਾਰਟਿਸਿਪੇਸ਼ਨ ਤਾਂ ਦੇ ਰਹੇ ਹਾਂ ਨਾ, ਔਰ ਆਪਦਾ ਨੈਰੇਟਿਵ ਵੀ ਲੈ ਕੇ ਜਾ ਰਹੇ ਹਾਂ ਕਿ ਸੋ ਜ਼ਰੂਰੀ ਨਹੀਂ ਹੁੰਦਾ ਸਾਡਾ ਸਾਰੇ ਬੰਦੇ ਹੀ ਲੜਨ। ਇਹ ਵੀ ਹੋ ਸਕਦਾ ਵੀ ਸਾਡੇ ਉਨੀ ਕੁ ਕੌਨਸਨਟ੍ਰੇਸ਼ਨ ਮੇਨ ਸਟ੍ਰੀਮ ਪੋਲਿਟਿਕਸ 'ਤੇ ਲੱਗੇ ਜਿੰਨੀ ਕੁ ਸਾਨੂੰ ਜ਼ਰੂਰਤ ਹੈ ਇਸ ਵੇਲੇ। ਹੋਰ ਵੀ ਜਿਹੜੇ ਏਰੀਆਜ਼ ਆ ਸਾਨੂੰ ਉੱਥੇ ਵੀ ਕੌਨਸਨਟ੍ਰੇਸ਼ਨ ਆਪਦੀ ਦੇਣੀ ਪੈਣੀ ਆ। ਜਿਹੜੀ ਇੱਕ ਕੌਨਫਲਿਕਟ ਪੋਲਿਟਿਕਸ ਆ ਉੱਥੇ ਵੀ ਤਾਂ ਪਾਰਟਿਸਿਪੇਸ਼ਨ ਦੇਣੀ ਪੈਣੀ ਹੈ ਨਾ। ਫਿਰ ਨੇਸ਼ਨ ਵਾਈਜ਼ ਐਂਡ ਇੰਟਰਨੈਸ਼ਨਲੀ ਵੀ ਇੱਕ ਰੀਜਨਲ ਪੋਲਿਟਿਕਸ ਦੀ ਸਪੇਸ ਖਾਲੀ ਪਈ ਆ, ਵੈਕਿਊਮ ਆ। ਉਸ ਵੈਕਿਊਮ ਨੂੰ ਵੀ ਸਾਨੂੰ ਫਿਲ ਕਰਨਾ ਪੈਣਾ। ਸੋ ਬੜੇ
ਜਿਹੜੀ ਪੋਲੀਟੀਕਲ ਫੀਲਡ ਦੇ ਵਿੱਚ ਵੀ ਬੜੀਆਂ ਬਾਈਨਰੀਜ਼ ਆ, ਉੱਥੇ ਸਾਰੀ ਸਾਡੀ ਸਪੇਸ ਪਈ ਆ, ਉਸ ਸਪੇਸ ਨੂੰ ਫਿਲ ਕਰਾਂਗੇ, ਵੈਕਿਊਮ ਨੂੰ ਖਤਮ ਕਰਾਂਗੇ ਉੱਥੇ। ਇੱਕ ਸਵਾਲ ਹੈ, ਆਪਾਂ ਬੰਦੀ ਸਿੰਘਾਂ ਦੀ ਰਿਹਾਈ ਵੇਲੇ ਵੀ ਮੁਲਾਕਾਤ ਹੋਈ ਸੀ, ਤੁਸੀਂ ਉੱਥੇ ਗਵਰਨਰ ਕੋਲੇ ਵੀ ਗਏ ਸੀਗੇ ਨਾਲ। ਹਾਂਜੀ। ਉਹਦਾ ਕਿੱਥੇ ਕੁ ਪਹੁੰਚੀ ਗੱਲਬਾਤ, ਕਿਉਂਕਿ ਤੁਸੀਂ ਚਿੱਠੀ ਜਦੋਂ ਦੇ ਕੇ ਆਏ, ਮੰਗ ਪੱਤਰ ਦੇ ਕੇ ਆਏ, ਤੁਸੀਂ ਸੀਗੇ ਨਾਲ ਉਸ ਵੇਲੇ। ਹਾਂਜੀ, ਨਹੀਂ ਜੀ, ਉਹ ਗੱਲ ਵਾਅਦੇ ਕਰਕੇ ਮੁੱਕਰਨਾ ਇਹ ਫਿਤਰਤ ਬਣ ਚੁੱਕੀ ਹੈ ਇਹਨਾਂ ਦੀ। ਔਰ ਗਵਰਨਰ ਸਾਹਿਬ ਨੇ ਤਾਂ ਜਿਹੜਾ ਬਹੁਤ ਹੀ ਸਪਸ਼ਟ ਸ਼ਬਦਾਂ 'ਚ ਵਾਅਦਾ ਕੀਤਾ ਸੀ ਵੀ ਮਹੀਨੇ ਦੇ ਅੰਦਰ ਅੰਦਰ ਮੈਂ ਯੂਟੀ ਦੇ ਜਿਹੜੇ 25 ਸਾਲ ਤੋਂ ਵੱਧ ਬੰਦੀ ਸਿੰਘ ਆ ਉਹਨਾਂ ਨੂੰ ਛੱਡ ਦੂੰਗਾ। ਦੂਜਿਆਂ ਲਈ ਮੈਂ ਸਟੇਟਸ ਨੂੰ ਚਿੱਠੀ ਲਿਖ ਦਿੰਦਾ ਤੇ ਉਹ ਵੀ ਛਡਾ ਦਾਂਗੇ। 25 ਸਾਲ ਤੋਂ ਵੱਧ ਜਿਨ੍ਹਾਂ ਨੇ ਆਪਦੀ ਸਜ਼ਾ ਪੂਰੀ ਕਰ ਲਈ ਆ ਉਹਨਾਂ ਨੂੰ ਛੱਡ ਦਿੱਤਾ ਜਾਊਗਾ। ਹੁਣ 7 ਬੰਦੀ ਸਿੰਘ ਆ ਜਿਹੜੇ 25 ਸਾਲ ਤੋਂ ਵੱਧ ਆਪਦੀ ਸਜ਼ਾ ਪੂਰੀ ਕਰ ਚੁੱਕੇ ਆ, ਪਰ ਹਜੇ ਤੱਕ ਉਹਨਾਂ ਤੇ ਕੋਈ ਇਹਨਾਂ ਨੇ ਕਾਰਵਾਈ ਨਹੀਂ ਕੀਤੀ। ਕੋਈ ਜਿਹੜਾ ਵਾਅਦਾ ਕੀਤਾ ਉਸ ਵਾਅਦੇ ਅਨੁਸਾਰ ਕਿਸੇ ਬੰਦੀ ਸਿੰਘ ਨੂੰ ਰਿਹਾ ਨਹੀਂ ਕੀਤਾ। ਤੇ ਇਸ ਕਰਕੇ ਉਹ ਜਿਹੜੀਆਂ ਸਾਰੀਆਂ ਆਰਗੇਨਾਈਜੇਸ਼ਨ ਸੀ ਜਿਨ੍ਹਾਂ ਨੇ ਉਹ ਕਾਲ ਦਿੱਤੀ ਸੀ ਉਸ ਵੇਲੇ ਬੰਦੀ ਸਿੰਘਾਂ ਦੇ ਲਈ ਵੀ ਅਸੀਂ ਇਕੱਤਰਤਾ ਕਰੀਏ ਆਪਦੀ, ਉਹ ਫੇਰ ਦੁਬਾਰਾ ਇਸ ਗੱਲ ਨੂੰ ਸੋਚ ਰਹੀਆਂ ਵੀ ਹੋ ਸਕਦਾ ਮੋਰਚਾ ਲਾਉਣਾ ਪਵੇ ਕਿ ਇੱਕ ਵਾਰੀ ਫੇਰ ਇਕੱਠੇ ਹੋਣਾ ਪਵੇ। ਬਹੁਤ ਮਿਹਰਬਾਨੀ, ਥੈਂਕ ਯੂ। ਸੋ ਦੀਪ ਸਿੱਧੂ ਇਸ ਵੇਲੇ ਪ੍ਰਚਾਰ ਕਰ ਰਹੇ ਨੇ। ਸਰਦਾਰ ਇਮਾਨ ਸਿੰਘ ਮਾਨ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਜਿਹੜੇ ਉਮੀਦਵਾਰ ਨੇ ਹਲਕਾ ਸ਼੍ਰੀ ਫਤਿਹਗੜ੍ਹ ਸਾਹਿਬ ਤੋਂ, ਸੋ ਉਹਨਾਂ ਦੇ ਨਾਲ ਪਿੰਡਾਂ ਦੇ ਵਿੱਚ ਜਿਹੜਾ ਆ ਉਹ ਪਹੁੰਚਿਆ ਜਾ ਰਿਹਾ, ਮਾਰਚ ਕੱਢਿਆ ਜਾ ਰਿਹਾ। ਸੋ ਗੱਲਬਾਤ ਕਰਨ ਦੀ ਕੋਸ਼ਿਸ਼ ਅਸੀਂ ਨੇ ਕੀਤੀ ਆ। ਸੋ ਦੀਪ ਸਿੱਧੂ ਦਾ ਸਪਸ਼ਟ ਰੂਪ ਦੇ ਵਿੱਚ ਕਹਿਣਾ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਕਿ ਸੈਂਟਰ ਗਵਰਨਮੈਂਟ ਜਿਹੜੀਆਂ ਹਕੂਮਤਾਂ ਨੇ ਉਹ ਹਮੇਸ਼ਾ ਹੀ ਇਸ ਤਰੀਕੇ ਕਰਦੀਆਂ ਰਹੀਆਂ ਨੇ, ਵਾਅਦੇ ਕਰਕੇ ਵਾਅਦੇ ਤੋਂ ਮੁੱਕਰਨਾ ਜਾਂ ਪਿੱਛੇ ਹਟਣਾ। ਸੋ ਕਹਿਣਾ ਆ ਕਿ ਇੱਕ ਸਾਨੂੰ ਸਟੇਟ ਦੀ ਜਿਹੜੀ ਆਪਣੀ ਧਿਰ ਚਾਹੀਦੀ ਆ ਜੋ ਸਿਰਫ ਪੰਜਾਬ ਦੀ ਗੱਲ ਕਰੇ, ਨਾ ਕਿ ਸੈਂਟਰਲ ਪੋਲਿਟਿਕਸ। ਸੈਂਟਰ ਦੇ ਆਧਾਰ ਤੇ ਜਿਵੇਂ ਕੇਜਰੀਵਾਲ ਸਾਹਿਬ ਉਹਨਾਂ ਬਾਰੇ ਉਹਨਾਂ ਨੇ ਕਿਹਾ ਕਿ ਦਿੱਲੀ ਜਾ ਕੇ ਹੋਰ ਗੱਲ ਕਰਦੇ ਨੇ, ਪੰਜਾਬ ਜਾ ਕੇ ਹੋਰ ਗੱਲ ਕਰਦੇ ਨੇ। ਸੋ ਦਿਓ ਆਗਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਦੇ ਇੱਕ ਪਾਰਟੀ ਵਾਲੇ ਆ ਗਏ, ਕਦੇ ਦੂਜੀ ਪਾਰਟੀ ਵਾਲੇ ਆ ਗਏ, ਤੇ ਜਦੋਂ ਤੱਕ ਇਹਨੂੰ ਖੇਡ ਸਮਝਦੇ ਰਹੋਗੇ ਉਦੋਂ ਤੱਕ ਹੀ ਖਤਾ ਖਾਂਦੇ ਰਹਾਂਗੇ ਆਪਾਂ। ਸੋ ਇਹ ਜਿਹੜਾ ਸਿਲਸਿਲਾ ਨਾ ਇਹਨੂੰ ਆਪਾਂ ਥੋੜਾ ਜਿਹਾ ਸਮਝੀਏ। ਖਤਾ ਅਸੀਂ ਖਾਂ ਹਾਂਜੀ ਆਜੋ ਬੈਠ ਜਾਓ ਜੀ। ਆਪਾਂ ਚਲੋ ਠੀਕ ਹੈ, ਕੋਈ ਨਹੀਂ, ਤੁਸੀਂ ਉੱਥੇ ਵੀ ਆਸ਼ੀਰਵਾਦ ਉੱਥੋਂ ਖੜੇ ਦੇ ਦਿਓ, ਉਹੀ ਬਹੁਤ ਆ। ਗੱਲ ਇਹ ਆ ਵੀ ਅਸੀਂ 75 ਸਾਲਾਂ ਤੋਂ ਇੱਕੋ ਥਾਂ ਤੇ ਖੜੇ ਆ ਔਰ ਦਿਨ ਬ ਦਿਨ ਨਿਗਾਰ ਆਇਆ 75 ਸਾਲਾਂ ਤੋਂ ਸਾਡੇ 'ਚ। ਇਹ ਤੋਂ ਪਹਿਲਾਂ ਪਿੰਡਾਂ ਦੀ ਜਿਹੜੀ ਇੱਕ ਨੁਹਾਰ ਸੀ, ਪਿੰਡਾਂ ਦਾ ਜੋ ਇੱਕ ਰੌਂ ਰੀਤ ਸੀ, ਰਿਵਾਜ ਸੀ, ਉਹ ਵੱਖਰੇ ਹੁੰਦੇ ਸੀ। ਹੁਣ ਦਿਨ ਬ ਦਿਨ ਪਿੰਡਾਂ ਤੇ ਸ਼ਹਿਰਾਂ ਦੇ ਜੋ ਇਲਾਕੇ ਉਹਦੇ ਵਿੱਚ ਕੋਈ ਫਰਕ ਜਿਹਾ ਰਹਿੰਦਾ ਨਜ਼ਰ ਨਹੀਂ ਆ ਰਿਹਾ। ਔਰ ਇਹ ਕੋਈ ਬੜੀ ਚੰਗੀ ਗੱਲ ਨਹੀਂ ਹੈ। ਇਹਨੂੰ ਇਹ ਨਹੀਂ ਕਹਿੰਦੇ ਵੀ ਅਸੀਂ ਵਿਕਾਸ ਵੱਲ ਜਾ ਰਹੇ ਹਾਂ, ਵਿਕਾਸ ਵੱਲ ਨਹੀਂ ਜਾ ਰਹੇ, ਨਿਗਾਰ ਆ ਰਹੇ ਹਾਂ। ਕਿਉਂਕਿ ਤੁਹਾਡੀਆਂ ਲੋੜਾਂ ਨੂੰ ਵਧਾ ਕੇ ਤੁਹਾਡੀ ਜ਼ਿੰਦਗੀ ਤੇ ਜਿਹੜਾ ਅਸਰ ਪੈਂਦਾ ਉਹਦਾ ਹਰ ਘਰ 'ਚ, ਹਰ ਪਿੰਡ 'ਚ ਅਸੀਂ ਕਰਜ਼ੇ ਥੱਲੇ ਡੁੱਬੇ ਹੋਏ ਹਾਂ। ਉਸ ਤੋਂ ਬਾਅਦ ਨਵੀਂ ਕੋਈ ਪਾਲਿਸੀ ਆਉਂਦੀ ਆ, ਉਹ ਪਾਲਿਸੀ ਸਾਨੂੰ ਹੋਰ ਕਰਜ਼ੇ ਦੇ ਅਧੀਨ ਕਰ ਜਾਂਦੀ ਹੈ। ਇੱਕ ਸਿਲਸਿਲਾ ਇਹ ਚੱਲ ਪਿਆ ਵੀ ਅਸੀਂ ਆਪਦੀ ਮਾੜੀ ਮੋਟੀ ਜਿਹੜੀ ਜ਼ਮੀਨ ਆ ਉਹ ਵੇਚ ਕੇ ਜਿਹੜਾ ਆਪਦੇ ਮੁੰਡੇ ਨੂੰ ਬਾਹਰ ਭੇਜ ਦਈਏ ਤੇ ਫਿਰ ਹੋ ਸਕਦਾ ਕੁਝ ਦਿਨ ਸਾਡੇ ਸੁਧਰ ਜਾਣ। ਅੱਜ ਤੱਕ ਵੀ ਜਿਹੜਾ ਘਰ ਖੇਤੀ ਤੇ ਨਿਰਭਰ ਆ ਉਹ ਘਰ ਕੱਚਾ, ਉਹ ਪੱਕਾ ਨਹੀਂ ਹੋਇਆ। ਹੋ ਸਕਦਾ ਇੱਧਰਲੇ ਪਿੰਡਾਂ ਦਾ ਫਰਕ ਹੋਵੇ ਕਿਉਂਕਿ ਮਾੜੀ ਮੋਟੀ ਨੌਕਰੀ ਕਰਦੇ ਹੋਣ ਜਾਂ ਕੋਈ ਬਾਹਰ ਹੋਵੇ, ਪਰ ਓਵਰਆਲ ਜੇ ਆਪਾਂ ਪੰਜਾਬ ਦੀ ਗੱਲ ਕਰੀਏ ਤਾਂ ਸਾਡੇ ਤੋਂ ਸਾਡੇ ਪਿੰਡ ਖੁਰਦੇ ਜਾ ਰਹੇ ਆ। ਜੇ ਪਿੰਡ ਹੱਥਾਂ ਚੋਂ ਖੁਰ ਗਏ ਫਿਰ ਸਾਡੀ ਜਿਹੜੀ ਵਿਰਸੇ ਦੀ ਸਾਂਝ ਆ ਜਾਂ ਸਾਡੀ ਆਪਦੀ ਕੋਈ ਪਛਾਣ ਆ ਉਹ ਨਹੀਂ ਸਾਡੇ ਹੱਥ ਰਹਿਣੀ। ਪਿੰਡਾਂ 'ਚ ਹੀ ਸੱਭਿਆਚਾਰਕ ਹੋਂਦ ਨੂੰ ਕਾਇਮ ਰੱਖਿਆ ਜਾਂਦਾ। ਸ਼ਹਿਰਾਂ ਦਾ ਤਾਂ ਕੋਈ ਫੇਸ ਹੀ ਨਹੀਂ ਹੁੰਦਾ, ਕੋਈ ਚਿਹਰਾ ਹੀ ਨਹੀਂ ਹੁੰਦਾ। ਪਿੰਡਾਂ ਦਾ ਇੱਕ ਚਿਹਰਾ ਹੁੰਦਾ ਸਾਡੇ, ਪਿੰਡਾਂ 'ਚ ਇੱਕ ਵਿਰਸਾ ਆਪਦੇ ਆਪ 'ਚ ਵਿਕਸਿਤ ਹੋ ਰਿਹਾ ਹੁੰਦਾ। ਔਰ ਜਿਹੜੇ ਸਾਡੇ ਪਿੰਡਾਂ ਦੇ ਮੁੰਡੇ ਵੀ ਆ ਉਹਨਾਂ ਨੂੰ ਇਸ ਗੱਲ ਦੀ ਜਮਾਂ ਸਮਝ ਨਹੀਂ ਵੀ ਉਹ
ਜਿਹੜੇ ਪਿੰਡ ਦੇ ਮਾਹੌਲ 'ਚ ਰਹਿ ਰਹੇ ਆ ਉਹਦੀ ਇੰਪੋਰਟੈਂਸ ਕੀ ਹੈ, ਉਸ ਇੰਪੋਰਟੈਂਸ ਨੂੰ ਸਾਂਭ ਕੇ ਕਿਵੇਂ ਰੱਖਣਾ, ਆਪਦੀ ਹੋਂਦ ਨੂੰ, ਆਪਦੀ ਐਗਜ਼ਿਸਟੈਂਸ ਨੂੰ ਸਾਂਭ ਕੇ ਕਿਵੇਂ ਰੱਖਣਾ। ਕਿਸਾਨੀ ਸੰਘਰਸ਼ ਇੱਥੋਂ ਕੋਈ ਗਿਆ ਸੀ ਆਪਣੇ ਪਿੰਡੋਂ, ਇੱਥੋਂ ਗਏ ਸੀ ਬੰਦੇ ਜਿਹੜੇ ਗਏ ਸੀ ਉਹ ਹੱਥ ਖੜੇ ਕਰੋ ਜੀ। ਹੁਣ ਅਸੀਂ ਇੰਨੇ ਬੰਦੇ ਤਾਂ ਕਿਸਾਨੀ ਸੰਘਰਸ਼ ਚੋਂ ਲੰਘੇ ਆ। ਕਿਸਾਨੀ ਸੰਘਰਸ਼ ਚ ਕਿਸ ਚੀਜ਼ ਨੇ ਸਾਨੂੰ ਜਗਾਇਆ? ਤੁਸੀਂ ਦਿਓਗੇ ਜਵਾਬ, ਕਿਸ ਚੀਜ਼ ਨੇ ਜਗਾਇਆ ਤੁਹਾਨੂੰ? ਕਿਹੜੀ ਚੀਜ਼ ਸੀ ਤੁਹਾਡੇ ਅੰਦਰ ਵੱਜੀ ਜਾ ਕੇ ਵੀ ਨਹੀਂ ਇਸ ਸੰਘਰਸ਼ ਚ ਆਪਾਂ ਨੂੰ ਜਾਣਾ ਚਾਹੀਦਾ? ਹਾਂ ਬਿਲਕੁਲ ਠੀਕ ਹੈ। ਹੁਣ ਜਿਹੜੀ ਗੱਲ ਇਹ ਹੈ ਨਾ ਵੀ ਜ਼ਮੀਨ ਕਿਉਂ ਜ਼ਰੂਰੀ ਹੈ ਸਾਡੇ ਲਈ। ਜੇ ਸਾਡੇ ਲਈ ਆਪਦੀ ਸਾਡੇ ਕੋਲੇ ਜ਼ਮੀਨ ਬਚਦੀ ਆ ਫਿਰ ਹੀ ਅਸੀਂ ਆਪਦੀ ਕੋਈ ਸਿਆਸਤ ਖੜੀ ਕਰ ਸਕਦੇ ਹਾਂ। ਜੇ ਸਾਡੇ ਕੋਲੇ ਆਪਦੀ ਜ਼ਮੀਨ ਹੀ ਹੈ ਨਹੀਂ, ਜਿਹੜੇ ਮਜ਼ਦੂਰ ਜਮਾਤ ਆ ਉਹ ਕਿਤੇ ਵੀ ਆਪਦੀ ਸਿਆਸਤ ਨਹੀਂ ਖੜੀ ਕਰ ਸਕਦੇ। ਜਿਹੜੇ ਜ਼ਮੀਨਾਂ ਦੇ ਮਾਲਕ ਆ ਆਪਦੀ ਸਿਆਸਤ ਉਹੀ ਖੜੇ ਕਰ ਸਕਦੇ ਹੁੰਦੇ। ਔਰ ਜਿਨ੍ਹਾਂ ਤੋਂ ਜ਼ਮੀਨਾਂ ਖੋਲੀਆਂ, ਇੱਕ ਸ਼ੰਭੂ ਮੋਰਚੇ ਸਾਡੇ ਕੋਲੇ ਚੰਡੀਗੜ੍ਹ ਮੋਹਾਲੀ 에ਅਰਪੋਰਟ ਬਣਿਆ, ਉੱਥੇ ਉਹਨਾਂ ਨੇ ਐਕਵਾਇਰ ਕੀਤੀ ਪਿੰਡ ਦੀ ਜ਼ਮੀਨ, ਸਾਰੇ ਪਿੰਡ ਦੀ ਜ਼ਮੀਨ ਐਕਵਾਇਰ ਕਰ ਲਈ। ਉਹ ਬੰਦੇ ਆਉਣ ਲੱਗ ਗਏ, ਅਸੀਂ ਉਹਨਾਂ ਨੂੰ ਪੁੱਛਿਆ ਤੁਹਾਡੇ ਕੋਲੇ ਤਾਂ ਜ਼ਮੀਨ ਹੀ ਨਹੀਂ, ਤੁਸੀਂ ਕਿਉਂ ਆ ਰਹੇ ਹੋ? ਉਹ ਕਹਿੰਦੇ ਯਾਰ ਸਾਡੀ ਜ਼ਮੀਨ ਤਾਂ ਗਈ, ਸਾਡੀ ਸਿਆਸਤ ਵੀ ਗਈ। ਪਹਿਲਾਂ ਪੰਚ ਸਰਪੰਚ ਸਾਡੇ ਪਿੰਡ ਚੋਂ ਤੇ ਅਸੀਂ ਐਮਐਲਏ ਤੱਕ ਇੱਕ ਪ੍ਰਭਾਵ ਪਾਉਂਦੇ ਸੀ, ਸਾਡਾ ਉਹ ਪ੍ਰਭਾਵ ਵੀ ਖਤਮ ਹੋ ਗਿਆ। ਸਾਡੀ ਜ਼ਮੀਨ ਖੋਲੀ, ਸਾਡੀ ਸਿਆਸਤ ਖੋਲੀ ਤੇ ਸਾਡਾ ਸੱਭਿਆਚਾਰਕ ਹੋਂਦ ਖੋਲੀ। ਪਿੰਡ 'ਚ ਇੱਕ ਸਾਂਝ ਸੀ, ਇੱਕ ਸੱਭਿਆਚਾਰ ਵਾਸਤਾ, ਉਹ ਵੀ ਖੋ ਕੇ ਲੈ ਗਏ। ਸੋ ਜਦੋਂ ਅਸੀਂ ਕਿਸਾਨੀ ਸੰਘਰਸ਼ 'ਚ ਤੁਰੇ ਆ ਤੇ ਸ਼ਹਿਰਾਂ 'ਚ ਕਿਉਂ ਲੋਕ ਘੱਟ ਤੁਰੇ? ਸ਼ਹਿਰਾਂ 'ਚ ਤਾਂ ਲੋਕ ਪਿਕਨਿਕ ਮਨਾਉਣ ਆਉਂਦੇ ਸੀ, ਉੱਥੇ ਸਾਡੇ ਨਾਲ ਤੰਬੂਆਂ 'ਚ ਜਾਂ ਸੜਕਾਂ ਤੇ ਰਹਿਣ ਨਹੀਂ ਆਉਂਦੇ ਸੀ, ਉਹ ਬੜੇ ਘੱਟ ਸੀ। ਉਹਦਾ ਦਿਖਾਉਣ ਆਉਂਦੇ ਸੀ ਆਪਣੇ ਬੱਚਿਆਂ ਨੂੰ ਵੀ ਆਹ ਵੇਖੋ ਸੰਘਰਸ਼ ਵੀ ਆਇਆ ਹੁੰਦਾ। ਉਹਨਾਂ ਲਈ ਤਾਂ ਇੱਕ ਦਾਰਸ਼ਨਿਕ ਗੱਲ ਸੀ ਉਹ, ਪਰ ਸਾਡੇ ਲਈ ਦਾਰਸ਼ਨਿਕ ਗੱਲ ਨਹੀਂ ਸੀ, ਸਾਡੀ ਤਾਂ ਹੋਂਦ ਦਾ ਸਵਾਲ। ਜਦੋਂ ਹੋਂਦ ਦਾ ਸਵਾਲ ਬਣਿਆ ਖੜਾ ਤੇ ਅੱਜ ਵੀ ਉੱਥੇ ਹੀ ਖੜੇ ਆ, ਸੰਘਰਸ਼ ਜਿੱਤ ਕੇ ਵੀ ਉੱਥੇ ਹੀ ਆ। ਸਾਡਾ ਖੇਤੀਬਾੜੀ ਦੇ ਮਸਲੇ ਹੱਲ ਹੋ ਗਏ, ਸਾਡੀਆਂ ਲਿਮਟਾਂ ਦੇ ਪੈਸੇ ਦਿੱਤੇ ਗਏ। ਸਾਡੇ ਤੋਂ ਹੁਣ ਜੇ ਕੋਈ ਕਿਸਾਨ ਖੁਦਕੁਸ਼ੀ ਕਰੂਗਾ ਉਹਦਾ ਕੋਈ ਹੱਲ ਹੈਗਾ ਸਾਡੇ ਕੋਲ? ਕੋਈ ਝੋਨਾ ਛੱਡ ਕੇ ਨਵੀਂ ਫਸਲ ਲਾਉਣ ਦਾ ਕੋਈ ਹੱਲ ਹੈ ਸਾਡੇ ਕੋਲ? ਜਾਂ ਹੁਣ ਅਸੀਂ ਫਸਲਾਂ ਦੀ ਮੰਡੀਆਂ 'ਚ ਲੈ ਕੇ ਜਾਵਾਂਗੇ, ਉਹ ਚੱਕੀ ਜਾਊਗੀ, ਇਹਦੀ ਗਾਰੰਟੀ ਹੈ? ਐਮਐਸਪੀ ਦੀ ਕੋਈ ਗਾਰੰਟੀ ਹੈ? ਅਗਲੇ ਨੇ ਕਾਨੂੰਨ ਤਾਂ ਰੱਦ ਕਰਤੇ, ਪਰ ਅਗਲੀ ਮਾਰ ਕੀ ਮਾਰ ਰਹੇ ਹੋ? ਐਫਸੀਆਈ ਨੂੰ ਹੀ ਖਤਮ ਕਰ ਰਹੇ। ਜਿਹੜੀ ਏਜੰਸੀ ਸਾਡੀਆਂ ਫਸਲਾਂ ਚੱਕਦੀ ਸੀ ਉਹਨੂੰ ਖਤਮ ਕਰ ਰਹੇ। ਉਹਨਾਂ ਨੂੰ ਇਹ ਲੱਗਦਾ ਵੀ ਛੱਡੋ ਪਰਾਂ ਕਾਨੂੰਨਾਂ ਦੀ ਗੱਲ, ਜਦੋਂ ਐਫਸੀਆਈ ਖਤਮ ਕਰਤੀ ਫਿਰ ਤਾਂ ਮੰਡੀ ਨੇ ਪ੍ਰਾਈਵੇਟ ਮੰਡੀ ਬਣਨਾ, ਇੱਥੇ ਤਾਂ ਮੰਡੀ ਉਹ ਰਹਿ ਹੀ ਨਹੀਂ ਜਾਣੀ, ਮੰਡੀ ਤਾਂ ਐਫਸੀਆਈ ਸਾਹਮਣੇ ਬੈਠੀ ਹੈ। ਸੋ ਖਤਰਾ ਟਲਿਆ ਨਹੀਂ, ਖਤਰਾ ਇਹ ਤੋਂ ਵੱਧ ਖਤਰਨਾਕ ਢੰਗ 'ਚ ਸਾਡੇ ਸਾਹਮਣੇ ਪੇਸ਼ ਕੀਤਾ ਜਾਊਗਾ। ਔਰ ਇੱਥੇ ਤਰਾਸਦੀ ਇਹ ਆ ਵੀ ਜੇ ਅਸੀਂ ਜ਼ਮੀਨਾਂ ਦੀ ਮਾਲਕੀ ਤਾਂ ਸਮਝੀਏ ਵੀ ਸਾਡੀ ਹੈ, ਪਰ ਜ਼ਮੀਨ ਦੇ ਨਾਲ ਜੁੜੀ ਹੋਈ ਸਿਆਸਤ ਕਦੇ ਖੜੀ ਕਰ ਸਕੇ। ਜਿਹੜੀ ਸਿਆਸਤ ਖੜੀ ਕਰਦੇ ਆ ਉਹ ਦਿੱਲੀ ਵਾਲੇ ਆ ਕੇ ਉਹਦੇ ਤੇ ਗਲਬਾ ਪਾ ਲੈਂਦੇ ਆ, ਕਬਜ਼ਾ ਕਰ ਲੈਂਦੇ ਆ। ਚਾਹੇ ਉਹ ਕਾਂਗਰਸ ਦੇ ਰੂਪ 'ਚ ਹੋਵੇ, ਅੱਜ ਆਮ ਆਦਮੀ ਪਾਰਟੀ ਦੇ ਰੂਪ 'ਚ ਆ ਰਹੇ ਆ, ਚਾਹੇ ਉਹ ਪਹਿਲਾਂ ਤੱਕੜੀ ਵਾਲੇ ਹੋਣ, ਉਹ ਵੀ ਦਿੱਲੀ ਤੋਂ ਹੀ ਚੱਲਦੇ, ਉਹਨਾਂ 'ਚ ਕੋਈ ਬੜਾ ਫਰਕ ਨਹੀਂ ਸੀ। ਪਰ ਜਿਹੜਾ ਸਾਡਾ ਆਗੂ 40 ਸਾਲਾਂ ਤੋਂ ਸੰਘਰਸ਼ ਕਰਦਾ ਆ ਰਿਹਾ, ਜਿਹੜਾ ਆਗੂ 40 ਸਾਲਾਂ ਤੋਂ ਤੁਹਾਡੇ ਲਈ ਕੰਮ ਕਰਦਾ ਆ ਰਿਹਾ, ਜੇਲ੍ਹਾਂ ਕੱਟਦਾ ਆ ਰਿਹਾ, ਤਸੀਹੇ ਝੱਲੇ ਆ, ਜਦੋਂ ਸਰਕਾਰ ਨੇ ਉਸ ਆਗੂ ਨੂੰ ਕਿਹਾ ਵੀ ਚਲੋ ਉਹ ਸਾਡੀ ਕੌਮੀਅਤ ਦੀ ਗੱਲ ਕਰਦਾ, ਕਿਸੇ ਵੇਲੇ 90 ਦੇ ਦਹਾਕੇ 'ਚ ਮਾਨ ਸਾਹਿਬ ਨੂੰ ਸਰਕਾਰ ਨੇ ਕਿਹਾ ਵੀ ਤੁਹਾਡੇ ਨਾਲ ਗੱਲ ਕਰਦੇ ਆ, ਕਿਉਂਕਿ ਇੱਕ ਪਾਸੇ ਖਾੜਕੂ ਸੰਘਰਸ਼ ਚੱਲ ਰਿਹਾ ਸੀ, ਵੀ ਚਲੋ ਤੁਹਾਡੇ ਨਾਲ ਗੱਲ ਕਰਦੇ ਆ, ਤੁਹਾਡੀਆਂ ਡਿਮਾਂਡਸ ਤਾਂ ਦੱਸੋ। ਮਾਨ ਸਾਹਿਬ ਕਹਿੰਦੇ ਵੀ ਮੈਂ ਕਿਸੇ ਐਰੇ ਗੈਰੇ ਮੰਤਰੀ ਨਾਲ ਗੱਲ ਨਹੀਂ ਕਰੂੰਗਾ, ਪ੍ਰਾਈਮ ਮਿਨਿਸਟਰ ਨੂੰ ਲੈ ਕੇ ਆਓ, ਮੈਂ ਉਹਦੇ ਨਾਲ ਗੱਲ ਕਰੂੰਗਾ। ਤੁਹਾਡਾ ਜਰਨੈਲ ਇੱਕ ਜਰਨੈਲ ਵਾਂਗੂ ਪੇਸ਼ ਹੋ ਕੇ ਉਹਨਾਂ ਦੇ ਕੋਲ ਗਿਆ, ਪ੍ਰਾਈਮ ਮਿਨਿਸਟਰ ਨਾਲ ਮੀਟਿੰਗ ਹੋਈ, ਉਹ ਕਹਿੰਦੇ ਠੀਕ ਆ, ਮੰਨਦੇ ਆ
ਵੀ ਤੁਹਾਡੇ ਨਾਲ ਧੱਕਾ ਹੋਇਆ, ਮੰਨ ਗਏ ਇਹ ਗੱਲ, ਜ਼ੁਬਾਨੀ ਕਲਾਮੀ ਇਹ ਗੱਲ ਮੰਨੀ ਵੀ ਤੁਹਾਡੇ ਨਾਲ ਧੱਕਾ ਹੋ ਰਿਹਾ। ਇਹ ਵੀ ਮੰਨਦੇ ਆ ਵੀ ਅਸੀਂ ਤੁਹਾਡੇ ਹੱਕ ਖੋਲੇ 47 ਚ, ਤੁਹਾਨੂੰ ਵਾਅਦੇ ਕੀਤੇ ਗਏ ਸੀ ਕਿ ਅਸੀਂ ਤੁਹਾਨੂੰ ਸਪੈਸ਼ਲ ਅਧਿਕਾਰ ਦੇਵਾਂਗੇ ਪੰਜਾਬ ਨੂੰ, ਅਸੀਂ ਉਹ ਵੀ ਤੁਹਾਡੇ ਤੋਂ ਖੋਲੇ। ਹੁਣ ਦੱਸੋ ਤੁਹਾਨੂੰ ਕੀ ਚਾਹੀਦਾ? ਮਾਨ ਸਾਹਿਬ ਕਹਿੰਦੇ ਸਾਨੂੰ ਵੱਧ ਅਧਿਕਾਰ ਦੇ ਦਿਓ, ਖੁਦ ਮੁਖਤਿਆਰੀ ਦੇ ਦਿਓ ਤੇ ਬਾਰਡਰ ਖੋਲ ਦਿਓ, ਕਿਉਂਕਿ ਸਾਡੇ ਜਿਹੜੇ ਸਾਰੇ ਵਪਾਰ ਦਾ ਵਾਹਨ ਸੀ ਉਹ ਤਾਂ ਉੱਧਰ ਨੂੰ ਸੀ, ਇੱਧਰ ਨੂੰ ਨਹੀਂ ਸੀ। ਕਹਿੰਦੇ ਇਹਦੇ ਬਦਲੇ ਤੁਸੀਂ ਕੀ ਦਿਓਗੇ ਸਾਨੂੰ? ਉਹ ਕਹਿੰਦੇ ਜਿਹੜੀਆਂ 90-95% ਸ਼ਹਾਦਤਾਂ ਦਿੱਤੀਆਂ ਇਸ ਆਜ਼ਾਦੀ ਲਈ, ਉਹ ਕਿਹੜੇ ਖਾਤੇ ਪਾਉਂਗੇ? ਜਿਹੜੀ ਬਾਰਡਰਾਂ ਤੇ ਸਾਡੇ ਬੰਦੇ ਮਰਦੇ ਆ ਤੁਹਾਡੇ ਲਈ, ਉਹ ਕਿਹੜੇ ਖਾਤੇ ਪਾਉਂਗੇ ਤੁਸੀਂ? ਜਿਹੜਾ 1966 ਤੋਂ ਜਿੱਦਣੇ ਇਸ ਦੇਸ਼ 'ਚ ਅਨਾਜ ਦੇ ਦੰਗੇ ਹੁਣ ਤੇ ਆ ਗਿਆ ਸੀ, ਅਨਾਜ ਦੇ ਭੰਡਾਰ ਲੁੱਟਣ ਲੱਗ ਗਏ ਸੀ ਬਿਹਾਰ, ਯੂਪੀ ਤੇ ਮੱਧ ਪ੍ਰਦੇਸ਼ ਦੇ ਲੋਕ, ਉਦੋਂ ਅਨਾਜ ਪੈਦਾ ਕਰਕੇ ਦਿੱਤਾ, ਉਹ ਕਿਹੜੇ ਖਾਤੇ ਪਾਉਂਗੇ ਤੁਸੀਂ? ਉਦੋਂ ਵੀ ਵਾਅਦੇ ਕੀਤੇ ਗਏ, ਮੁੱਕਰ ਗਏ। ਪਰ ਲੋਕਾਂ ਨੂੰ ਨਹੀਂ ਪਤਾ, ਕਿਉਂਕਿ ਇਹ ਕੰਮ ਹੋ ਰਹੇ ਹੁੰਦੇ ਆ ਕਿਸੇ ਲੈਵਲ ਤੇ, ਲੋਕਾਂ ਤੱਕ ਇਹ ਗੱਲ ਪਹੁੰਚਾਈ ਨਹੀਂ ਜਾਂਦੀ। ਹੁਣੇ ਬੰਦੀ ਸਿੰਘਾਂ ਨੂੰ ਛੁਡਾਉਣ ਲਈ ਅਸੀਂ ਗਵਰਨਰ ਨੂੰ ਜਾ ਕੇ ਮਿਲੇ। ਗਵਰਨਰ ਨੇ ਸਾਹਮਣੇ ਬੈਠ ਕੇ ਵਾਅਦੇ ਕਰਤੇ ਵੀ ਅਸੀਂ ਮਹੀਨੇ ਦੇ ਅੰਦਰ ਅੰਦਰ ਉਹਨਾਂ ਨੂੰ ਛੱਡ ਦਾਂਗੇ ਜਿਨ੍ਹਾਂ ਦੇ 25 ਸਾਲਾਂ ਤੋਂ ਵੱਧ ਸਜ਼ਾਵਾਂ ਪੂਰੀਆਂ ਹੋ ਚੁੱਕੀਆਂ। ਅੱਜ 2 ਮਹੀਨੇ ਹੋਣ ਨੂੰ ਆ ਗਏ, ਕੋਈ ਉਹ ਵਾਅਦੇ ਵੀ ਮੁੱਕਰਨੇ ਆ, ਵਾਅਦਾ ਖਿਲਾਫੀ ਵੀ ਹੋਣੀ ਹੈ ਤੇ ਤੁਹਾਡੀ ਆਵਾਜ਼ ਵੀ ਨਹੀਂ ਸੁਣੀ ਜਾਣੀ। ਸਾਡੇ ਛਿੱਤਰ ਹੀ ਪਈ ਦੇ ਨੇ ਹਰ ਪਾਸੇ, ਤੇ ਅਸੀਂ ਫਿਰ ਆਪਦੀ ਗੈਰਤ ਨੂੰ, ਆਪਦੀ ਜ਼ਮੀਰ ਨੂੰ ਭੁੱਲ ਕੇ ਕਦੇ ਆਮ ਆਦਮੀ ਪਾਰਟੀ, ਕਦੇ ਤਕੜੀ ਵਾਲੇ, ਕਦੇ ਬੀਜੇਪੀ, ਕਦੇ ਕਾਂਗਰਸ, ਅਸੀਂ ਉੱਥੋਂ ਤੱਕ ਹੀ ਸੀਮਤ ਰਹਿੰਦੇ ਹਾਂ ਵੀ ਜਦੋਂ ਹੁਣ ਉਹ ਨਹੀਂ ਤਾਂ ਉਹਨਾਂ ਨੂੰ ਮੌਕਾ ਦੇ ਦਿੰਦੇ ਆ। ਆਪਦੇ ਬੰਦਿਆਂ ਨੂੰ ਕਦੇ ਅਸੀਂ ਨਾ ਅੱਗੇ ਲਾਇਆ, ਨਾ ਆਪਦੇ ਬੰਦਿਆਂ ਦੀ ਕਦੇ ਹੌਸਲਾ ਅਫਜ਼ਾਈ ਕੀਤੀ ਆ। ਔਰ ਉਹ ਵੀ ਉਹ ਬੰਦੇ ਜਿਹੜੇ ਬੇਦਾਗ ਹੋਣ, ਜਿਨ੍ਹਾਂ ਤੇ 40 ਸਾਲਾਂ ਦਾ ਪਿੱਛੇ ਸੰਘਰਸ਼ ਪਿਆ ਹੋਵੇ ਤੇ ਕੋਈ ਵੀ ਦਾਗ ਉਹਨਾਂ ਦੇ ਉੱਤੇ ਨਾ ਹੋਵੇ, ਕਿਸੇ ਲੁੱਟ ਖਸੁੱਟ ਦਾ, ਕਿਸੇ ਤਰ੍ਹਾਂ ਦੇ ਜ਼ਬਰ ਤੇ ਜ਼ੁਲਮ ਦਾ। ਪਰ ਜਿਨ੍ਹਾਂ ਨੇ ਇੱਥੇ ਸਰਕਾਰਾਂ ਬਣਾਈਆਂ, ਉਹਨਾਂ ਨੇ ਸਾਡੇ ਤੇ ਜ਼ਬਰ ਤੇ ਜ਼ੁਲਮ ਹੀ ਕੀਤੇ। ਜੇ ਹਜੇ ਵੀ ਸਾਡੀਆਂ ਜ਼ਮੀਰਾਂ ਨਹੀਂ ਜਾਗੀਆਂ, ਫਿਰ ਹੋਰ ਛਿੱਤਰ ਖਾਈ ਜਾਵਾਂਗੇ। ਇੱਥੇ ਆ ਕੇ ਆਪਣੀਆਂ ਗੱਲਾਂ ਕਰਨ ਦਾ ਮਕਸਦ ਵੀ ਇਹ ਆ ਵੀ ਅਸੀਂ ਆਪਦੇ ਆਪ ਨੂੰ ਮਾੜੀ ਮੋਟੀ ਸੋਚ ਤਾਂ ਪੈਦਾ ਕਰੀਏ, ਅਸੀਂ ਆਪਦੇ ਆਗੂ ਨੂੰ, ਆਪਦੇ ਜਰਨੈਲ ਨੂੰ ਤਾਂ ਸਮਝੀਏ ਕੌਣ ਸਾਡਾ। ਕਿਸਾਨੀ ਸੰਘਰਸ਼ ਚੋਂ ਲੰਘ ਕੇ ਆਏ ਆ, 1-1.5 ਸਾਲ ਸਾਰੇ ਪੰਜਾਬ ਨੇ ਅਰਦਾਸਾਂ ਕੀਤੀਆਂ ਵੀ ਜਿੱਤ ਕੇ ਆਈਏ, ਉਦੋਂ ਬਿਨਾਂ ਘਰਾਂ ਨੂੰ ਨਹੀਂ ਜਾਣਾ। ਜਿੱਤ ਕੇ ਵੀ ਸਾਡੇ ਪੱਲੇ ਕੁਛ ਨਹੀਂ ਪਿਆ, ਕਿਉਂਕਿ ਲੀਡਰਸ਼ਿਪ 'ਚ ਘਾਟ ਰਹੀ, ਕਿਉਂਕਿ ਲੀਡਰ ਉਹ ਬਣਾਤੇ ਜਿਹੜੇ ਕਹਿੰਦੇ ਸਾਡੇ ਕੋਲ 40 ਸਾਲ ਦਾ ਤਜਰਬਾ ਤਾਂ ਹੈ, ਪਰ ਕੁਝ ਸਿਰਜਣ ਦਾ ਕਦੇ ਉਹਨਾਂ ਨੇ ਦੱਸਿਆ ਨਹੀਂ ਸਾਨੂੰ ਵੀ 40 ਸਾਲਾਂ ਤੋਂ ਉਹਨਾਂ ਨੇ ਸਿਰਜ ਕੇ ਕੀ ਦਿੱਤਾ ਸਾਨੂੰ। ਐਡਾ ਵੱਡਾ ਸੰਘਰਸ਼ ਹੋਵੇ, ਸਾਡੇ ਕਰਜ਼ੇ ਨਾ ਮਾਫ ਹੋਣ, ਐਡਾ ਵੱਡਾ ਸੰਘਰਸ਼ ਹੋਵੇ, ਸਾਨੂੰ ਕੋਈ ਖੇਤੀਬਾੜੀ ਦਾ ਮਾਡਲ ਨਾ ਮਿਲ ਸਕੇ, ਐਡਾ ਵੱਡਾ ਸੰਘਰਸ਼ ਹੋਵੇ, ਸਾਨੂੰ ਕਿਸੇ ਤਰ੍ਹਾਂ ਦੀ ਸਬਸਿਡੀਜ਼ ਨਾ ਮਿਲਣ, ਜਾਂ ਸਾਡੇ ਉਹਨਾਂ ਬੰਦੀ ਸਿੰਘਾਂ ਦੀ ਗੱਲ ਨਾ ਹੋਵੇ ਜਿਹੜੇ ਸਾਡੀ ਕੌਮੀਅਤ ਖਾਤਰ 25 ਸਾਲਾਂ ਤੋਂ ਅੰਦਰ ਬੈਠੇ ਆ। ਫਿਰ ਵੀ ਅਸੀਂ ਖੇਡ ਸਮਝੀ ਬੈਠੇ ਆ, ਜੋ ਕੁਛ ਚੱਲਦਾ ਉਹ ਖੇਡ ਆ। ਇਹ ਖੇਡ ਤੋਂ ਬਹੁਤ ਗੰਭੀਰ ਆ ਗੱਲ। ਆਉਣ ਵਾਲਾ ਸਮਾਂ ਬੜਾ ਸੁਖਾਵਾਂ ਨਹੀਂ ਹੈ। ਉਹ ਸਮੇਂ ਨੇ ਸਾਡੇ ਘਰਾਂ 'ਚ ਵੜਨਾ ਹੁਣ ਲੜਾਈ ਨੇ। ਤੁਹਾਨੂੰ ਗੁਲਾਮੀ ਦਾ ਅਹਿਸਾਸ ਇਸ ਕਦਰ ਕਰਾਉਣਗੇ ਵੀ ਤੁਹਾਡੀ ਗੈਰਤ ਮਾਰਨਗੇ। ਜਿਹੜੇ ਹਮਲੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਨਰਾਦਰ ਖਾਤਰ ਹੋ ਰਹੇ ਆ, ਉਹ ਤੁਹਾਡੀ ਗੈਰਤ ਮਾਰਨ ਖਾਤਰ ਹੀ ਹੈ। ਤੁਹਾਨੂੰ ਲੱਗਦਾ ਵੀ ਇਹ ਬੇਅਦਬੀ ਹੋ ਜਾਂਦੀ ਹੈ ਗੁਰੂ ਸਾਹਿਬ ਦੀ, ਇਹ ਕੋਈ ਐਂ ਆਪਾਂ ਨੂੰ ਕਹਿ ਦਿੱਤਾ ਜਾਂਦਾ ਨਾ ਵੀ ਦਿਮਾਗ 'ਚ ਫਰਕ ਸੀ ਉਹ ਕਰ ਗਿਆ। ਇਹ ਤਾਂ ਉਹ ਗੱਲ ਹੋ ਗਈ ਵੀ ਕੋਈ ਅੰਨਾ ਬੰਦਾ ਤੇ ਉਹ ਵਿੰਨ ਕੇ ਨਿਸ਼ਾਨਾ ਮਾਰਦਾ, ਹਰ ਵਾਰ ਨਿਸ਼ਾਨੇ ਤੇ ਜਾ ਕੇ ਲੱਗਦਾ ਵੀ ਉਹ ਗੁਰਦੁਆਰਾ ਸਾਹਿਬ ਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਵੀ ਆਉਂਦੇ ਆ।
ਜਿਹੜੇ ਬੰਦੇ ਦੇ ਦਿਮਾਗ 'ਚ ਫਰਕ ਆ। ਇਹ ਸਾਰੀਆਂ ਖੇਡਾਂ ਜਿਹੜੀਆਂ ਚੱਲ ਰਹੀਆਂ ਇਹ ਤੁਹਾਡੀ ਗੈਰਤ ਤੇ ਹਮਲੇ ਆ ਵੀ ਇਹ ਰਿਐਕਟ ਕਰਨੋਂ ਹੀ ਹਟ ਜਾਣ, ਇਹਨਾਂ ਦਾ ਰਿਐਕਸ਼ਨ ਹੀ ਖਤਮ ਹੋ ਜੇ, ਆਪਦੇ ਗੁਰੂ ਦਾ ਵੀ ਰਿਐਕਸ਼ਨ ਖਤਮ ਹੋ ਜੇ ਵੀ ਇਹ ਤਾਂ ਨਾਰਮਲ ਜੀ ਗੱਲ ਆ ਯਾਰ, ਰੋਜ਼ ਹੀ ਹੋ ਜਾਂਦਾ ਇਹਦਾ। ਜਦੋਂ ਤੱਕ ਤੁਹਾਡੀ ਗੈਰਤ ਜਿਉਂਦੀ ਰਹੂਗੀ ਉਦੋਂ ਤੱਕ ਇਹਨਾਂ ਨੇ ਸੂਖਮ ਢੰਗ 'ਚ ਹਰ ਉਹ ਹਮਲਾ ਕਰਨਾ ਜਿਹਦੇ ਨਾਲ ਤੁਹਾਡੀ ਪਛਾਣ ਤੇ ਗੈਰਤ ਖਤਮ ਹੋ ਜਾਏ। ਸੋ ਜੇ ਤੁਸੀਂ ਆਪਦੀ ਹੋਂਦ ਦੀ ਲੜਾਈ ਲੜਨੀ ਹੈ ਤਾਂ ਤੁਹਾਨੂੰ ਸੂਖਮ ਲੈਵਲ ਤੇ ਜਾ ਕੇ ਇਹ ਗੱਲਾਂ ਨੂੰ ਸਮਝਣਾ ਪੈਣਾ, ਆਪਦੇ ਆਗੂਆਂ ਨੂੰ ਤੇ ਆਪਦੇ ਜਰਨੈਲਾਂ ਨੂੰ ਵੀ ਸਮਝਣਾ ਪੈਣਾ। ਫਿਰ ਲੋਕ ਇਹ ਕਹਿ ਦਿੰਦੇ ਆ ਵੀ ਠੀਕ ਆ ਤੁਸੀਂ ਚੋਣਾਂ ਲੜ ਰਹੇ ਹੋ ਪਰ ਤੁਹਾਡੀ ਸਰਕਾਰ ਤਾਂ ਬਣਦੀ ਨਹੀਂ। ਜਿਨ੍ਹਾਂ ਦੀਆਂ ਸਰਕਾਰਾਂ ਬਣ ਗਈਆਂ ਉਹਨਾਂ ਨੇ ਵੀ ਕੀ ਦੇਤਾ? ਆਹ ਸਾਡੀਆਂ ਬੀਬੀਆਂ ਮਾਤਾਵਾਂ ਬੈਠੀਆਂ ਇੱਥੇ, ਪੁੱਛ ਲਓ, ਘਰ ਤਾਂ ਇਹੀ ਚਲਾਉਂਦੀਆਂ, ਕਬੀਲਦਾਰੀ ਤਾਂ ਇਹਨਾਂ ਦੇ ਉੱਤੇ ਆ। ਕਿਹਨੂੰ ਕੀ ਮਿਲੇ ਸਾਨੂੰ ਪਤਾ ਨਾ ਇਸ ਗੱਲ ਦਾ। ਔਰ ਸਾਡੀ ਹੁਣ ਕੋਈ ਆਵਾਜ਼ ਤਾਂ ਗੂੰਜੇ, ਅਸੈਂਬਲੀ 'ਚ ਗੂੰਜੇ, ਪਾਰਲੀਮੈਂਟ 'ਚ ਜਾ ਕੇ ਗੂੰਜੇ। ਅਸੀਂ ਆਪਦੀ ਜ਼ਮੀਨ ਬਚਾ ਕੇ ਬੜੇ ਸਮੇਂ ਲਈ ਨਹੀਂ ਬਚਾਈ, ਇਹ ਪੰਥ ਨੇ ਹੀ ਬਖਸ਼ੀਆਂ ਸੀ ਜ਼ਮੀਨਾਂ, ਤੇ ਜੇ ਪੰਥ ਹੀ ਨਹੀਂ ਰਿਹਾ, ਨਾ ਘਰ ਰਹਿਣੇ ਆ ਨਾ ਜ਼ਮੀਨਾਂ ਰਹਿਣੀਆਂ, ਗੁਲਾਮਾਂ ਵਾਂਗੂ ਅਸੀਂ ਆਪਦੇ ਮਹਿਲ ਛੱਤੀ ਜਾਂਦੇ ਹਾਂ, ਆਪਦੇ ਘਰ ਛੱਤੀ ਜਾਂਦੇ ਹਾਂ, ਇਹਦਾ ਮਿੰਟ 'ਚ ਲੈ ਜਾਣਗੇ ਅਗਲੇ। ਸਾਨੂੰ ਦਿਖਾਤਾ ਉਹਨਾਂ ਨੇ। ਜਦੋਂ ਨਸਲਕੁਸ਼ੀ ਦੀ ਇੱਕ ਇੰਪਲਸ ਉੱਠਦੀ ਹੈ ਨਾ, ਉਦੋਂ ਸਾਡੇ ਤੇ ਟੈਂਕ ਚੜਾਉਣਾ ਕਿ ਤੋਪਾਂ ਚੜਾਉਣੀਆਂ ਕਿ ਜਹਾਜ਼ ਚੜਾਉਣੇ ਆ, ਉਹ ਕੋਈ ਫਰਕ ਨਹੀਂ ਪੈਂਦਾ। ਉਦੋਂ ਕੋਈ ਲਾਅ ਐਗਜ਼ਿਸਟ ਨਹੀਂ ਕਰੂਗਾ, ਉਦੋਂ ਕੋਈ ਜ਼ਮੀਨ ਨਹੀਂ ਬਚਣੀ, ਕਿਸੇ ਤਰ੍ਹਾਂ ਦੇ ਗੁਲਾਮਾਂ ਦੇ ਘਰ ਛੱਤੇ ਹੋਏ ਨਹੀਂ ਬਚਣੇ, ਇਹ ਭੁਲੇਖੇ ਹੀ ਆ। ਸੋ ਇਸ ਕਰਕੇ ਤੁਸੀਂ ਇਸ ਗੱਲ ਨੂੰ ਸਮਝੋ ਪਹਿਲਾਂ ਵੀ ਸਾਡੀ ਸਿਆਸਤ ਦਾ ਹੋਣਾ, ਸਾਡੇ ਜਰਨੈਲਾਂ ਤੇ ਆਗੂਆਂ ਦਾ ਹੋਣਾ ਸਾਡੇ ਲਈ ਕਿੰਨਾ ਜ਼ਰੂਰੀ ਆ। ਜੇ ਇੱਥੋਂ ਪਹੁੰਚ ਗਏ ਫਿਰ ਤੁਹਾਡੀ ਗੱਲ ਕੌਣ ਕਰੂ? ਤੁਹਾਨੂੰ ਤਾਂ ਉਹ ਆਬਜੈਕਟ ਵਸਤੂ ਸਮਝਦੇ ਆ, ਜਦੋਂ ਮਰਜ਼ੀ ਆ ਕੇ ਵਸ ਲਓ, ਜਦੋਂ ਮਰਜ਼ੀ ਸਿੱਟ ਲਓ। ਇੱਕ ਇਨਸਾਨਾਂ 'ਚ ਰੂਹਾਂ ਵਸਦੀਆਂ, ਉਹਨੂੰ ਵੀ ਇੱਕ ਆ ਕੁਰਸੀ ਆ ਵੀ ਇੱਥੋਂ ਚੱਕ ਕੇ ਇੱਥੇ ਰੱਖ ਦਿਓ, ਇੱਥੇ ਇਹਦੇ ਤੇ ਬਹਿ ਜਾਓ, ਮੁੜ ਕੇ ਉਧਰ ਨੂੰ ਲੱਤ ਮਾਰ ਕੇ ਸਿੱਟ ਦਿਓ। ਐਂ ਟ੍ਰੀਟ ਕਰਦੇ ਆ ਤੁਹਾਨੂੰ। ਕਿੰਨੀ ਕੁ ਦੇਰ ਅਸੀਂ ਐਂ ਟ੍ਰੀਟ ਹੁੰਦੇ ਰਹਾਂਗੇ? ਜਿਹੜਾ ਕੋਈ ਤੁਹਾਡੇ ਆ ਕੇ ਲੜਦਾ ਉਹਨੂੰ ਬਦਨਾਮ ਕਰ ਦੇਣਗੇ, ਉਹਦੇ ਤੇ ਤਾਂ ਵੱਡੀਆਂ ਵੱਡੀਆਂ ਲਾ ਦੇਣਗੇ। ਤੇ ਆ ਕਾਮਰੇਡ ਲਾਣਾ ਸਾਰਾ ਇਹਨਾਂ ਕੋਲ ਤਾਂ ਟ੍ਰੇਨਿੰਗ ਆ ਇਸ ਗੱਲ ਦੀ। ਇਹਨਾਂ ਨੂੰ ਸਟੇਜਾਂ ਵੀ ਲਾਉਣੀਆਂ ਆਉਂਦੀਆਂ, ਇਹਨਾਂ ਨੂੰ ਆਪਦਾ ਕਾਰਡ ਵੀ ਬਣਾਉਣਾ ਆਉਂਦਾ, ਪਿੰਡਾਂ 'ਚ ਜਾ ਕੇ ਇਹਨਾਂ ਨੂੰ ਫੰਡ ਵੀ ਲੈਣੇ ਆਉਂਦੇ ਆ, ਤੇ ਇਹ ਕਿਸੇ ਨੂੰ ਮੁੜ ਕੇ ਬੋਲਣ ਵੀ ਨਹੀਂ ਦਿੰਦੇ। ਮਾਹੌਲ ਵੀ ਇਹ ਸਿੱਧ ਲੈਂਦੇ ਆ ਵੀ ਜੇ ਤੁਸੀਂ ਇਹਨਾਂ ਨੂੰ ਸਵਾਲ ਪੁੱਛੋਗੇ ਅੱਗਿਓਂ ਇਹ ਕਹਿਣਗੇ ਇਹ ਤਾਂ ਯਾਰ ਦੋ ਫਾੜ ਕਰਦਾ ਸਾਡੇ ਸੰਘਰਸ਼ ਨੂੰ, ਜਿਵੇਂ ਮੋਰਚੇ 'ਚ ਹੋਇਆ ਸਾਡੇ ਨਾਲ। ਇਹ ਤਾਂ ਗਦਾਰ ਆ, ਇਹ ਤਾਂ ਮੋਰਚੇ ਨੂੰ ਦੋ ਫਾੜ ਕਰੋ। ਲੋ ਮੋਰਚਾ ਜਿੱਤ ਕੇ ਇੱਥੇ ਬੈਠੇ ਸੀ, ਫਿਰ 1.5 ਸਾਲ ਅਰਦਾਸਾਂ ਹੋਈਆਂ, ਉਹ ਕਲਾਈ ਵਰਤੀ ਵੀ ਜਿੱਤ ਗਏ, ਪਰ ਜਿੱਤ ਕੇ ਪ੍ਰਾਪਤੀ ਕੀ ਹੋਈ? ਇਹ ਤਾਂ ਲੀਡਰਸ਼ਿਪ ਨੇ ਦੇਣਾ ਹੁੰਦਾ ਨਾ ਕੁਝ ਲੈ ਕੇ। ਲੀਡਰਸ਼ਿਪ ਤਾਂ ਆਪ ਚੋਣਾਂ ਲੜੀ ਜਾਂਦੀ ਹੈ, ਵੋਟਾਂ ਮੰਗਦੇ ਫਿਰਦੇ ਆ, ਕਿਹੜੀ ਪ੍ਰਾਪਤੀ ਲੈ ਕੇ ਆ ਗਈ ਇੱਥੇ? ਕੋਈ ਤਾਂ ਸਾਡੀ ਜ਼ਿੰਦਗੀ 'ਚ ਫਰਕ ਪਿਆ ਹੋਵੇ। ਫਰਕ ਇਹ ਪਿਆ ਵੀ ਆਪਦੇ ਪੱਲਿਓਂ ਪੈਸੇ ਲਾ ਕੇ ਅਸੀਂ ਉੱਥੇ ਹੀ ਖੜੇ ਆ। ਇੱਕ ਵਾਰੀ ਤਾਂ ਐਂ ਹੋ ਗਿਆ ਸੀ ਪਤਾ ਨਹੀਂ ਕੀ ਕੁਛ ਸਿਰਜਿਆ ਜਾਊਗਾ, ਐਡੇ ਸੰਘਰਸ਼ ਤੋਂ ਬਾਅਦ ਵੀ ਇਹ ਕੁਛ ਨਹੀਂ ਸਿਰਜਿਆ ਗਿਆ। ਸਿਰਫ 3 ਕਾਨੂੰਨ ਕੈਂਸਲ ਕਰਾਤੇ। ਇੱਕ 3 ਕਾਨੂੰਨ ਉਹਨੇ ਬਣਾਏ ਸੀ, ਇੱਕ ਦਿਨ ਆ ਕੇ ਕੈਂਸਲ ਕਰਤੇ, ਤੇ ਉਹਦੇ ਲਈ ਸਾਨੂੰ 1.5 ਸਾਲ ਦਿਨ ਰਾਤ ਸੰਘਰਸ਼ ਕਰਨਾ ਪਿਆ। ਤੁਸੀਂ ਸੋਚੋ ਤੁਹਾਡੇ ਹੱਕ ਇੰਨੇ ਜ਼ਿਆਦਾ ਉਹਨਾਂ ਲਈ ਮੈਂ ਨਹੀਂ ਦੱਸਦੇ ਵੀ ਤੁਹਾਡੇ ਛੋਟੇ ਛੋਟੇ ਹੱਕ ਲੈਣ ਲਈ ਇੰਨਾ ਸੰਘਰਸ਼ ਉਹ ਤਾਂ ਕਰਨਾ ਪੈਂਦਾ ਕਿਉਂਕਿ ਅਸੀਂ ਆਪਣੀ ਸਿਆਸਤ ਨਹੀਂ ਸਿਰਜ ਸਕੇ, ਆਪਦੇ ਸਹੀ ਆਗੂਆਂ ਨੂੰ ਅੱਗੇ ਲਾ ਨਹੀਂ ਸਕੇ। ਤਾਂ ਪਛਾਣ ਹੁਣ ਵੀ ਕਰ ਲਓ, ਸਮਾਂ ਹੈਗਾ, ਸਮੇਂ ਰਹਿੰਦੇ ਆ ਅਸੀਂ ਆਪਦੇ ਆਗੂਆਂ ਦੀ, ਆਪਦੇ ਜਰਨੈਲਾਂ ਦੀ ਪਛਾਣ ਕਰੀਏ। ਔਰ ਇਹ ਮਤ ਸਮਝਿਓ ਵੀ ਇਹ ਧੱਕਾ ਇਕੱਲੇ ਸਿੱਖਾਂ ਤੇ ਹੀ ਹੋਊਗਾ, ਧੱਕਾ ਹਿੰਦੂਆਂ ਨਾਲ ਵੀ ਹੋਊਗਾ ਪੰਜਾਬ ਦੇ, ਤੇ ਧੱਕਾ ਪੰਜਾਬ ਦੇ ਮੁਸਲਮਾਨਾਂ ਨਾਲ ਵੀ ਹੋਊਗਾ ਜਦੋਂ ਆਪਦੇ ਹੱਕ ਮੰਗੋਗੇ। ਸੋ ਪੰਜਾਬ ਆਪਦੀ ਇੱਕ ਭਾਈਚਾਰਕ ਸਾਂਝ ਨੂੰ, ਆਪਦੀ ਵਿਸ਼ੇਸ਼ਤਾ ਨੂੰ
ਰਿਪਰੈਜ਼ੈਂਟ ਕਰਦਾ, ਉਹ ਰਿਪਰੈਜ਼ੈਂਟੇਸ਼ਨ ਸਾਡੀ ਪਹੁੰਚੇ ਵਿਧਾਨ ਸਭਾ 'ਚ, ਉਹ ਰਿਪਰੈਜ਼ੈਂਟੇਸ਼ਨ ਸਾਡੀ ਪਹੁੰਚੇ ਲੋਕ ਸਭਾ 'ਚ, ਇਹ ਬੜੀ ਜ਼ਰੂਰੀ ਹੈ ਸਾਡੇ ਲਈ। ਇਸ ਲਈ ਹੋ ਸਕਦਾ ਅੱਜ ਮਾਨ ਸਾਹਿਬ ਨੂੰ ਇਹ ਰੇਸ 'ਚ ਨਾ ਮੰਨਦੇ ਹੋਣ, ਪਰ ਆਪਾਂ ਮਾਨ ਸਾਹਿਬ ਨੂੰ ਉਸ ਰੇਸ 'ਚ ਲੈ ਕੇ ਆਉਣਾ, ਮਾਨ ਸਾਹਿਬ ਦੀ ਪਾਰਟੀ ਨੂੰ ਉਸ ਰੇਸ 'ਚ ਲੈ ਕੇ ਆਉਣਾ। ਸਾਡੇ ਕੋਲ ਇੱਕੋ ਇੱਕ ਧਿਰ, ਇਹ ਤੋਂ ਇਲਾਵਾ ਸਾਡੀ ਕੋਈ ਧਿਰ ਨਹੀਂ। ਇਹੀ ਧਿਰ ਆ ਜਿਹੜੀ ਅੱਜ ਤੱਕ ਬੇਦਾਗ ਆ, ਬਾਕੀ ਸਭ ਨੂੰ ਮੌਕੇ ਦੇ ਕੇ ਦੇਖ ਲਏ। ਤੇ ਦਾਵਾ ਵੀ ਇਸ ਧਿਰ ਦਾ ਬਣਦਾ, ਕੇਜਰੀਵਾਲ ਦਾ ਦਾਵਾ ਨਹੀਂ ਬਣਦਾ। ਉਹਨੇ ਪੰਜਾਬ ਖਾਤਰ ਕੋਈ ਸੰਘਰਸ਼ ਨਹੀਂ ਕੀਤਾ, ਉਹਨੇ ਪੰਜਾਬ ਖਾਤਰ ਕੋਈ ਜੇਲ੍ਹਾਂ ਨਹੀਂ ਕੱਟੀਆਂ, ਤੁਸੀਂ ਨਹੀਂ ਝੱਲੇ। ਸੋ ਜਦੋਂ ਅਜ਼ਾਨ ਤੋਂ ਇਹ ਸਮਝ ਆਉਂਦਾ ਵੀ ਇੱਥੇ ਮੁਸਲਮਾਨ ਭਰਾਵਾਂ ਦੀ ਵੀ ਗਿਣਤੀ ਹੈ, ਉਹਨਾਂ ਨੂੰ ਵੀ ਇਹੀ ਆਪਾਂ ਬੇਨਤੀ ਕਰਦੇ ਹਾਂ ਵੀ ਤੁਸੀਂ ਜੇ ਆਪਦੀ ਕੌਮ ਨੂੰ ਜਿਉਂਦੇ ਰੱਖਣਾ ਤੇ ਤੁਹਾਨੂੰ ਵੀ ਆਗੂ ਦੀ ਪਛਾਣ ਹੋਣੀ ਚਾਹੀਦੀ ਹੈ। ਠੀਕ ਹੈ ਜੀ, ਇੰਨੀਆਂ ਕਿ ਗੱਲਾਂ ਕਰਨੀਆਂ ਸੀ। ਗੱਲ ਮੋਰਲੈਸ ਸਾਡੇ ਸਮਝ ਆ ਹੀ ਚੁੱਕੀ ਹੈ। बहुत सारा प्यार ते सत्कार। वाहिगुरू जी का खालसा, वाहिगुरू जी